ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹੋਰਿਓ ਗੰਗ ਵਿਹਾਈਓ ਦੁਨਿਆਈ ਆਖੇ ਕੇ ਕਿਉ। ਨਾਨਕ ਈਸਰ ਜਗਨਾਥ ਉੱਚੇ ਦੀ ਵੈਣ ਵਿਰ ਕਿਉ। ਮਧਾਣਾ ਪਰਬਤ ਕਰ ਬਾਸਕ ਨੇਤਰ ਸ਼ਬਦ ਰਿੜਕਿਓ। 14 ਰਤਨ ਨਿਕਾਲਿਓ ਕਰ ਆਵਾ ਗਾਉਣ ਚਿਲਕਿਓ। ਕੁਦਰਤ ਐ ਵਖਾਲੀਉਨ ਜਿਨ ਇਹ ਵੱਡ ਪਿੰਡ ਠਣਕਿਓ। ਲੈਣੇ ਤਰਿਓ ਸਤ ਸਿਰ ਸਮਾਨ ਕਿਆੜਾ ਸਿੱਕਿਓ। ਜੋਤ ਸਮਾਣੀ ਜੋਤ ਮੈਂ ਆਪ ਆਪੇ ਸੇਤੀ ਮਿਕਿਓ। ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖਿਓ ਜੇ ਕਿਓ। ਜਾਂ ਸਦੋਸ਼ ਤਾਂ ਲੈਣਾ ਟਿਕਿਓ। ਜਾਂ ਸਦੋਸ਼ ਤਾਂ ਲੈਣਾ ਟਿਕਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਕੱਲ੍ਹ 1 ਅਕਤੂਬਰ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਲੰਘਿਆ। ਉਹਦੇ ਸੰਬੰਧ ਵਿੱਚ ਆਪਾਂ ਕੋਈ ਗੁਰਮਤਿ ਵਿਚਾਰਾਂ ਕਰਨੀਆਂ ਨੇ। ਉਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਜੋ ਕੁਛ ਕੀਤਾ ਹੈ ਉਹ ਸਭ ਕੁਛ ਸੱਤੇ ਤੇ ਬਲਵੰਡ ਜੀ ਨੇ ਆਪਣੀ ਬਾਣੀ ਵਿੱਚ ਅੰਕਿਤ ਕੀਤਾ ਹੈ। ਜਾਂ ਸਦੋਸ਼ ਤਾਂ ਲੈਣਾ ਟਿਕਿਓ। ਕੱਲ੍ਹ ਵੀ ਮੈਂ ਉੱਥੇ ਬੈਠਾ ਸੀ ਜਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਗ੍ਹਾ 'ਤੇ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਦੇਹ ਦਾ, ਡੇਰਾ ਬਾਬਾ ਨਾਨਕ। ਕੱਲ੍ਹ ਉੱਥੇ ਪ੍ਰੋਗਰਾਮ ਸੀ ਅਤੇ ਦਾਸ ਵੀ ਉੱਥੇ ਗਿਆ ਸੀ ਅਤੇ ਕੁਝ ਗੱਲਾਂ ਉੱਥੇ ਬੈਠਿਆਂ ਮਹਿਸੂਸ ਹੋਈਆਂ। ਗੁਰਦੁਆਰਾ ਡੇਰਾ ਬਾਬਾ ਨਾਨਕ ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਅਸੀਂ ਇਸ ਫਾਨੀ ਸੰਸਾਰ ਤੋਂ ਤੁਰ ਜਾਣਾ ਹੈ, ਅਤੇ ਕੈਸਾ ਮਾਹੌਲ ਹੋਊਗਾ ਉਹ ਉਸ ਸਮੇਂ ਬਣਿਆ। ਉਹ ਸਮਾਂ ਕੈਸਾ ਹੋਊਗਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਤਮ ਕਿਰਿਆ ਕਰਨ ਲੱਗੇ ਨੇ। ਤੇ ਸਾਰਿਆਂ ਦੇ ਸਾਹ ਰੁਕੇ ਹੋਏ ਨੇ। ਉਹ ਕਾਇਆ, ਉਹ ਸਰੀਰ, ਜਿਸ ਸਰੀਰ ਦੇ ਅੱਗੇ, ਜਿਸ ਕਾਇਆ ਦੇ ਅੱਗੇ ਗੜ ਬਗਦਾਦ ਨਵਾਏ ਕੈ, ਮੱਕਾ ਮਦੀਨਾ ਸਭ ਨਿਵਾਇਆ। ਜਿਸ ਸਰੀਰ ਦੇ ਅੱਗੇ ਗੜ ਬਗਦਾਦ ਮੱਕਾ ਵੀ ਝੁਕ ਗਿਆ, ਉਹ ਅੱਜ ਸਰੀਰ ਧਰਤੀ ਤੋਂ ਅਲੋਪ ਹੋਣ ਲੱਗਾ ਹੈ। ਉਹ ਸਰੀਰ ਜਿਸ ਨੇ ਕਿਹਾ ਸੀ ਕਿ ਖਟ ਦਰਸ਼ਨ ਪਖੰਡ ਜਨਾਇਆ, ਉਹ ਜੋਗੀ ਜਿਹੜੇ ਬੜਾ ਵੱਡੇ ਕਰਾਮਾਤੀ ਸਨ, ਬੜੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ, ਉਹਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਆਖਿਆ, ਓਏ ਤੁਸੀਂ ਤੇ ਪਖੰਡ ਪਏ ਕਰਦੇ ਹੋ।
ਇਹ ਰਾਹ ਰਿੱਧੀਆਂ ਸਿੱਧੀਆਂ ਚਮਤਕਾਰ ਦਿਖਾਉਣੇ ਤੇ ਲੋਕਾਂ ਨੂੰ ਮਗਰ ਲਾਉਣਾ, ਇਹ ਰਾਹ ਰੱਬ ਨੂੰ ਨਹੀਂ ਜਾਣਦਾ। ਜੀਤੀ ਨੌਖੰਡ ਮੇਦਮੀ ਸਤ ਨਾਮ ਦਾ ਚੱਕਰ ਫਰਾਇਆ। ਬੜੇ ਬੜੇ ਜੋਗੀ ਉਸ ਕਾਇਆ ਦੇ ਅੱਗਰ ਝੁਕ ਗਏ ਤੇ ਉਸ ਕਾਇਆ ਨੂੰ ਕਹਿੰਦੇ ਨੇ, ਧੰਨ ਨਾਨਕ ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਸਰੀਰ ਜਿਸ ਨੂੰ ਸਿੱਧ ਵੀ ਕਹਿਣ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ, ਅੱਜ ਉਹ ਸਰੀਰ ਧਰਤੀ ਤੋਂ ਅਲੋਪ ਹੋਣ ਲੱਗਾ ਹੈ। ਉਹ ਸੁੰਦਰ ਕਾਇਆ ਜਿਹਦਾ ਦਰਸ਼ਨ ਦੇ ਕੇ ਵੱਡੇ ਵੱਡੇ ਤਪ ਦੇ ਕੜਾਏ ਵੀ ਠੰਡੇ ਹੋ ਗਏ। ਬੜੇ ਬੜੇ ਸੱਜਣ ਠੱਗ ਜਿਹੜੇ ਸੀ ਉਹ ਠੱਗੀਆਂ ਛੱਡ ਕੇ ਸੱਜਣ ਬਣ ਗਏ। ਬੜੇ ਬੜੇ ਬਰਖਤ ਰਾਜੇ ਕਾਰੂ ਬਾਦਸ਼ਾਹ ਵਰਗੇ ਜਿਹੜੇ ਕਿਸੇ ਅੱਗੇ ਵੀ ਨਹੀਂ ਝੁਕਦੇ, ਕਿਸੇ ਦੀ ਨਹੀਂ ਮੰਨਦੇ, ਉਸ ਗੁਰੂ ਨਾਨਕ ਅੱਗੇ ਉਹ ਵੀ ਝੁਕ ਗਏ, ਉਸ ਦੀ ਮੰਨ ਗਏ। ਉਹ ਸਰੀਰ, ਉਹ ਕਾਇਆ ਜਿਹਨੂੰ ਕਦੀ ਸ਼ਰਪਾਂ ਨੇ ਛਾਇਆ ਕੀਤੀ ਹੋਈ ਸੀ, ਉਹ ਅੱਜ ਸਰੀਰ ਇਸ ਧਰਤੀ ਤੋਂ ਅਲੋਪ ਹੋਣ ਲੱਗਾ ਹੈ। ਤੇ ਜਦੋਂ ਅਲੋਪ ਹੋਣ ਲੱਗੇ ਨੇ ਗੁਰੂ ਨਾਨਕ ਸਾਹਿਬ ਸਰੀਰ ਕਰਕੇ, ਤੇ ਉਹਨਾਂ ਨੇ ਇੱਕ ਪਹਿਲੋਂ ਲੋਕਾਂ ਨੂੰ ਇੱਕ ਮੈਸੇਜ ਦਿੱਤਾ, ਕਿਉਂਕਿ ਲੋਕਾਂ ਨੇ ਲੱਭਣਾ ਸੀ ਉਸ ਨੂੰ ਦੁਬਾਰਾ। ਫੇਰ ਉਸ ਸਰੀਰ ਨੂੰ, ਉਸ ਵਿਅਕਤੀ ਨੂੰ ਦੁਨੀਆ ਲੱਭਦੀ ਹੈ, ਜੋ ਮਹਾਨ ਵਿਅਕਤੀ ਹੋਣ, ਜੋ ਮਹਾਨ ਸਰੀਰ ਹੋਣ। ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਥਾਂ ਤੇ ਫਿਰ ਭਾਈ ਗੁਰਦਾਸ ਜੀ ਲਿਖਦੇ ਨੇ, ਥਾਪਿਆ ਲੈਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫਰਾਇਆ। ਗੁਰੂ ਨਾਨਕ ਸਾਹਿਬ ਨੇ ਆਪਣੇ ਥਾਂ ਤੇ ਫਿਰ ਆਪਣਾ ਇੱਕ ਸੇਵਕ ਨੂੰ ਥਾਪ ਦਿੱਤਾ ਹੈ। ਥਾਪਿਆ ਲੈਣਾ ਜੀਵ ਦੇ, ਗੁਰਿਆਈ ਸਿਰ ਛਤਰ ਫਰਾਇਆ। ਉਹ ਕਿਵੇਂ ਥਾਪਣਾ ਹੋਈ? ਥਾਪਣਾ ਐਵੇਂ ਨਹੀਂ ਹੋਈ। ਸੱਤਾ ਬਲਵੰਡ ਜੀ ਲਿਖਦੇ ਨੇ ਕਿ ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾਉ ਕੋਏ ਜੀਮ ਦੇ। ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਬਹੁਤ ਵੱਡਾ ਤੇਗਾ ਸੀ, ਤੇਗ। ਮੈਂ ਉਹ ਦਿਨ ਐਤਵਾਰ ਵੀ ਕਿਹਾ ਸੀ, ਗਿਆਨ ਦੇ ਨਾਲ, ਪਿਆਰ ਦੇ ਨਾਲ ਧਰਮ ਵਾਧੇ ਹੁੰਦੇ ਨੇ, ਡਾਂਗ ਦੇ ਨਾਲ ਧਰਮ ਨਹੀਂ ਕਦੀ ਵਾਧੇ। ਡਾਂਗਾਂ ਤੇ ਨੁਕਸਾਨ ਕਰਾਉਂਦੀਆਂ ਨੇ। ਗੁਰੂ ਨਾਨਕ ਸਾਹਿਬ ਦੇ ਕੋਲ ਸੱਤਾ ਜੀ ਬਲਵੰਡ ਜੀ ਲਿਖਦੇ ਨੇ ਕਿ ਨਾ ਮਤ ਗੁਰ ਆਤਮ ਦੇਵ ਦੀ ਖੜਗ, ਜਿਹੜੀ ਗੁਰੂ ਨਾਨਕ ਸਾਹਿਬ ਦੇ ਕੋਲ ਮਤ ਸੀ, ਗਿਆਨ ਸੀ, ਉਹ ਮਾਨੋ ਇੱਕ ਖੜਗ ਸੀ। ਮਤ ਦਾ ਮਤਲਬ ਗਿਆਨ। ਤੇ ਉਹ ਖੜਗ ਜਿੱਥੇ ਵੱਜਦੀ ਸੀ ਨਾ, ਉਹ ਛੱਡਦੀ ਨਹੀਂ ਸੀ। ਜਿੱਦਾਂ ਕਬੀਰ ਸਾਹਿਬ ਨੇ ਆਖਿਆ, ਮੈਨੂੰ ਵੀ ਮੇਰੇ ਗੁਰੂ ਨੇ ਇੱਕ ਬਾਣ ਮਾਰਿਆ, ਤੀਰ ਮਾਰਿਆ, ਕਿਉਂਕਿ ਗੁਰੂ ਕੀ ਬਾਣੀ ਬਾਣ ਵਾ, ਗੁਰੂ ਕੀ ਬਾਣੀ ਖੜਗ ਵਾ। ਇਹ ਬੰਦੇ ਨੂੰ ਮਾਰਦੀ ਹੈ, ਇਹ ਬੰਦੇ ਨੂੰ ਮੁਕਾਉਂਦੀ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਤਿਗੁਰ ਸੂਰਮੈ, ਗੁਰੂ ਸੂਰਮਾ ਹੈ ਤੇ ਸੂਰਮਿਆਂ ਦੇ ਕੋਲ ਸ਼ਸਤਰ ਹੁੰਦੇ ਨੇ, ਤੇ ਗਿਆਨ ਨੂੰ ਸ਼ਸਤਰ ਕਹਿੰਦੇ ਨੇ। ਗਿਆਨ ਸ਼ਸਤਰ ਹੈ। ਜਿਹੜਾ ਧਰਮ ਗ੍ਰੰਥ ਹੁੰਦਾ ਹੈ ਨਾ, ਉਹ ਸ਼ਾਸਤਰ ਹੁੰਦਾ ਹੈ। ਤੇ ਮਹਾਂਪੁਰਖਾਂ ਦੇ ਕੋਲ ਗਿਆਨ ਦਾ ਇੱਕ ਖੜਗ ਹੁੰਦਾ ਹੈ। ਜਿੱਦਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗਰੀਬੀ ਗਦਾ ਹਮਾਰੀ, ਮੇਰੇ ਕੋ ਗੁਰਜਵਾ ਹਨੂਮਾਨ ਵਾਲਾ। ਗਰੀਬੀ ਗਦਾ ਹਮਾਰੀ,
खन्ना रेन, साडे को खंडा वा, खन्ना रेन सगल शारी। ते सत्ता बलवंड जी लिखते ने, मत गुर आत्म देव दी खड़गा, जोर पराव कोए। गुरु नानक साहब दे कोल खड़ग सी। गुरु नानक साहब एक तेग दे धारनी सन, बाहरी तेग नहीं, ज्ञान दी तेग। ज्ञान खड़ग लै मनसों लूझे, मनसा मने समाएंदा। लड़ना मन दे नाल है, कोई तन दे नाल लड़ रहा तो कोई लड़ाई कोई अहमियत नहीं रखती। तो बड़ियां लड़ाइयां हुई तो बड़ियां बर्बादियां हुई ने। जिहड़े मन नाल लड़े ने वो असली सूरमे ने। मन नाल लड़ना बड़ा मुश्किल बात है। तो जिहड़े लड़दे ने, ज्ञान खड़ग लै सब मनसो लूझे, मनसा मने समाएंदा। ते कबीर साहब की, कबीर सतगुर सूरमे। गुरु सूरमा है। गुरु को गुफा में बैठ के कोई माफिया देने वाले का नाम गुरु नहीं है। गुरु को ब्यासा वाले वांगू कोई 500 किलियां दे कमाद लाउण वाले का नाम गुरु नहीं है। गुरु ये नहीं कि रोज़ नवीं रजिस्ट्रियां करा के ते पिंडां दे पिंड उजाड़ के ते अपने नां ते कराई जावे राधा स्वामियां वांगू। ये गुरु नहीं है, व्यापारी ने। गुरु सूरमा हुंदा है, गुरु व्यापारी नहीं हुंदा। गुरु को धनी नहीं हुंदा, गुरु को लोभी नहीं हुंदा, गुरु कोई अमीर नहीं हुंदा। गुरु सूरमा हुंदा है। अज दे जिन्ने गुरु ने वो अमीर गुरु ने, व्यापारी गुरु ने। गुफावां 'च बैठ के माफियां देने वालियां नूं लोकी गुरु कहिंदे ने। नहीं नहीं, कबीर सतगुर सूरमे। गुरु सूरमा है। ते सूरमा वो हुंदा जिहदे कोल शस्त्र होण। ते गुरु को केड़ा शस्त्र हुंदा है? उहदे को बाण हुंदा है, उहदे को खड़ग हुंदी है, उहदे को तेगा हुंदा है, उहदे को भाला हुंदा, नेजा। सारे शस्त्र गुरु रखदा है। ते गुरु ने वेखना भी इत्थे हुण केड़ा शस्त्र चलाउणा है, क्योंकि समय दे नाल शस्त्र चलाउणे पैंदे ने। विद्वान कहते ना भी श्री भगवान श्री कृष्ण जी ने आख्या सी, मैं मैदाने जंग विच शस्त्र नहीं चलाऊंगा। परण करके कुरुक्षेत्र च आ गए श्री कृष्ण जी भी मैं कोई शस्त्र नहीं चलाउणा। ते जदों जंग हुंदा वेखिया ते थोड़े रोह च आ गए ते शस्त्र कोल नहीं सी कोई भी। ते कहंदे उन्हां ने फिर रथ दा पहिया ही ला के ते वो चला दिता, जिन्हों सुदर्शन चक्कर कहंदे ने। ये समय दे नाल इस तरह करना पैंदा है। महापुरखां नूं अपने परण तोड़ने पैंदे ने। पर गुरु को 24 घंटे एक तेग हुंदी है। वो तेग वली कंधारी ते चलदी है, वो तेग मक्के दे हाजियां ते चलदी है गुरु नानक साहब दी। हालांकि कवि संतोख सिंह ने वेख्या भी जिथे तेग ते डंडे ते तीर दे नाल काम ना बने, उत्थे फिर गुरु नानक साहब वड्डा गोला सुट दिंदे सन। करामात नूं गोला लिखिया भाई कवि संतोख सिंह ने। मक्के दे विच ज्ञान नहीं सी चलना। ज्ञानी तो बड़े सन, जिन्हां नूं सारी सारी जिंदगी कुरान पढ़दे हो गई, वो ज्ञानी घट सन। मक्के दे काजी रुकनदीन वर्गे, उत्थे ज्ञान नहीं सी चलना। उत्थे फिर गुरु नानक साहब ने गोला ही सुटिया करामात दा। ते करामात नूं दुनिया मनदी आ, ज्ञान नूं दुनिया मनदी नहीं है। वो फिर गुरु नानक साहब वेखदे सी जोगियां दे नाल ज्ञान दी तेग चली, ज्ञान दा खड़ग चलिया। मक्के दे हाजियां दे नाल फिर करामाती गोला सुट्टना पिया गुरु नानक साहब नूं। ते गुरु नानक ने जोगियां दे नाल करामात नहीं ज्ञान कीता है। क्यों? करामाती तो पहले ही सन। मक्के दे हाजी ज्ञानी सन, उत्थे ज्ञान नहीं चलिया, उत्थे गोला सुट्टना पिया। ते नानक मते दे जोगी करामाती सन, वो बंदे नहीं सन, सिद्ध सन। उन्हां दे नाल ज्ञान गोष्ठ कीती फिर गुरु नानक साहब ने, ते उहदा नाम बाणी दा रखिया गया सिद्ध गोष्ठ। वो फिर
ਲਿਖਦੇ ਨੇ ਕਿ ਮਤ ਗੁਰ ਆਤਮ ਦੇਵ ਦੀ ਖੜਗ ਜੋਰ। ਕਬੀਰ ਸਤਿਗੁਰ ਸੂਰਮੇ, ਗੁਰੂ ਸੂਰਮਾ ਹੈ। ਮੈਂ ਫੇਰ ਕਹਿ ਦਿਆਂ, ਗੁਰੂ ਦੇ ਮੋਢੇ ਉੱਤੇ ਇੱਕ ਤੀਰ ਵਾ, ਕਮਾਨ ਵਾ, ਖੜਗ ਵਾ, ਤੇਗ ਵਾ। ਗੁਰੂ ਵੱਢਦਾ ਹੈ, ਗੁਰੂ ਟੁੱਕਦਾ ਹੈ, ਗੁਰੂ ਖਤਮ ਕਰਦਾ ਹੈ। ਬੜੇ ਬੜੇ ਕਰਮ ਕਾਂਡੀਆਂ ਨੂੰ ਕੱਟਣਾ ਪੈਂਦਾ ਹੈ। ਮੈਂ ਤਾਂ ਅੱਗੇ ਵੀ ਕੱਲ ਐਤਵਾਰ ਕਿਹਾ ਸੀ ਵੀ ਇੱਕ ਹੁੰਦਾ ਹੈ ਪੱਧਰੇ ਥਾਂ ਤੇ ਆਪਣੇ ਮਕਾਨਾਂ ਦੀ ਉਸਾਰੀ ਕਰਨੀ, ਕੋਠੀ ਬਣਾਉਣੀ। ਇੱਕ ਹੁੰਦਾ ਹੈ ਪੁਰਾਣੇ ਕੋਠੀਆਂ ਨੂੰ ਢਾਹ ਕੇ ਕੋਠਾ ਬਣਾਉਣੀ, ਕੋਠੀ ਬਣਾਉਣੀ। ਗੁਰੂ ਨਾਨਕ ਸਾਹਿਬ ਨੂੰ ਬੜੇ ਬੜੇ ਕਰਮ ਕਾਂਡੀ ਮਿਲੇ, ਉਹਨਾਂ ਨੂੰ ਢਾਹ ਕੇ, ਉਹ ਮਕਾਨ ਢਾਹ ਕੇ ਫਿਰ ਨਵੀਂ ਉਸਾਰੀ ਕਰਨੀ ਪਈ। ਹਾਂ, ਬਾਬਾ ਬੁੱਢਾ ਜੀ ਵਰਗੇ ਇੱਕ ਪੱਧਰੀ ਜ਼ਮੀਨ ਮਿਲੇ ਸੀ ਜਿੱਥੇ ਕੋਈ ਤੇਗ ਨਹੀਂ ਚਲਾਉਣੀ ਪਈ, ਜਿੱਥੇ ਕੋਈ ਹਥੌੜਾ ਨਹੀਂ ਚਲਾਉਣਾ ਪਿਆ, ਆਪਣੇ ਆਪ ਹੀ ਉਸਾਰੀ ਹੋ ਗਈ ਉੱਥੇ। ਕਬੀਰ ਸਾਹਿਬ ਕਹਿੰਦੇ ਗੁਰੂ, ਮੇਰਾ ਜਿਹੜਾ ਗੁਰੂ ਆ ਨਾ, ਮੇਰਾ ਗੁਰੂ ਸੂਰਮਾ ਗੁਰੂ ਹੈ। ਗੁਰੂ ਕਾਇਰ ਨਹੀਂ ਹੈ, ਗੁਰੂ ਵਪਾਰੀ ਨਹੀਂ ਹੈ। ਗੁਰੂ ਕੋਈ ਜ਼ਮੀਨਾਂ ਖਰੀਦ ਕੇ ਤੇ 500 ਕਿੱਲਾ ਜ਼ਮੀਨ ਦੇ ਖਰੀਦ ਕੇ ਤੇ ਕਮਾ ਦਿਲਾਉਣ ਵਾਲੇ ਦਾ ਨਾਂ ਗੁਰੂ ਨਹੀਂ ਹੈ, ਵਪਾਰੀ ਨੇ। ਤੇ ਸੂਰਮਾ ਕਰਦਾ ਕੀ ਹੈ ਫਿਰ? ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ। ਗੁਰੂ ਤੀਰ ਚਲਾਉਂਦਾ ਹੈ। ਜਿੱਦਾਂ ਕਿ ਨਾ ਪੀਰ ਪਕਾਮ ਨਾ ਲਿਕਲੇ ਲਾਇਆ ਤਿੰਨ ਸੁਜਾਨ। ਉਹ ਗੁਰੂ ਪ੍ਰੇਮ ਦਾ ਤੀਰ ਵੀ ਚਲਾ ਦਿੰਦਾ ਤੇ ਗੁਰੂ ਗਿਆਨ ਦਾ ਤੀਰ ਵੀ ਚਲਾ ਦਿੰਦਾ। ਗੁਰੂ ਨੇ ਵੇਖਣਾ ਵੀ ਇੱਥੇ ਹੁਣ ਤੀਰ ਕਿਹੜਾ ਚਲਾਉਣਾ ਹੈ। ਬਾਬਾ ਬੁੱਢਾ ਜੀ ਤੇ ਪ੍ਰੇਮ ਦਾ ਤੀਰ ਚਲਾ ਦਿੱਤਾ। ਐਸਾ ਤੀਰ ਜਿਹੜਾ ਮੁੜ ਕੇ ਆਖਰੀ ਦਮ ਤੱਕ ਨਿਕਲਦਾ ਨਹੀਂ ਹੈ। ਪੀਰ ਪਕਾਮ ਨਾ ਲਿਕਲੇ ਲਾਇਆ ਤਿੰਨ ਸੁਜਾਨ। ਜਿਹੜਾ ਉਸਨੇ ਲਾ ਦਿੱਤਾ ਨਾ, ਉਹ ਨਿਕਲਣਾ ਨਹੀਂ ਹੈ ਮੁੜ ਕੇ। ਤੋ ਬਾਇਆ ਬਾਣ ਜੋ ਏਕ ਲਾਗਤ ਹੀ ਪੋਏ ਗਰ ਪਰਿਆ, ਪਰਿਆ ਕਰੇ ਜੇ ਸ਼ੇਖਾ। ਕਬੀਰ ਸਾਹਿਬ ਕਹਿੰਦੇ ਮੇਰੇ ਗੁਰੂ ਨੇ, ਜੋ ਗੁਰੂ ਸੂਰਮਾ ਸੀ, ਉਹਦੇ ਕੋਲ ਗਿਆਨ ਦਾ ਤੀਰ ਸੀ, ਉਹਦੇ ਕੋਲ ਗਿਆਨ ਦੀ ਖੜਗ ਸੀ। ਉਹਨੇ ਮੇਰੇ ਹਿਰਦੇ ਵਿੱਚ ਵਿੰਨਤਾ, ਉਹਨੂੰ ਤੀਰ ਨੂੰ ਮਾਰ ਦਿੱਤਾ। ਤੇ ਜਦੋਂ ਤੀਰ ਆਰ ਪਾਰ ਹੋ ਜਾਂਦਾ, ਗੋਲੀ ਆਰ ਪਾਰ ਹੋ ਜਾਂਦੀ ਆ, ਬੰਦਾ ਡਿੱਗ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਮੈਂ ਡਿੱਗ ਗਿਆ। ਪਰਿਆ ਕਰੇ ਜੇ ਸ਼ੇਕ। ਹੁਣ ਦਿਲ ਹੀ ਵਿੰਨ ਦਿੱਤਾ ਗਿਆ ਤੇ ਦਿਲ ਦੇ ਨਾਲ ਹੀ ਤੇ ਬੰਦਾ ਜੀਂਦਾ ਵਾ। ਜਦ ਦਿਲ ਹੀ ਨਾ ਰਿਹਾ, ਸਰੀਰ ਡਿੱਗ ਪੈਂਦਾ ਹੈ। ਤੇ ਜੇ ਮਨ ਹੀ ਨਾ ਰਿਹਾ ਤੇ ਫਿਰ ਵਾਸ਼ਨਾ ਸਾਰੀਆਂ ਡਿੱਗ ਜਾਂਦੀਆਂ ਨੇ। ਦਿਲ ਤੇ ਤੀਰ ਲੱਗ ਜਾਏ ਤਾਂ ਸਰੀਰ ਡਿੱਗ ਪੈਂਦਾ ਹੈ। ਜੇ ਮਨ 'ਚ ਤੀਰ ਲੱਗ ਜੇ ਤੇ ਵਾਸ਼ਨਾ ਡਿੱਗ ਜਾਂਦੀਆਂ ਨੇ। ਅੱਜ ਬੜੀ ਪਾਠ ਪੂਜਾ ਹੋ ਰਹੀ ਹੈ, ਵਾਸ਼ਨਾ ਨਹੀਂ ਮੁੱਕ ਰਹੀਆਂ ਸਾਡੀਆਂ। ਵਾਸ਼ਨਾ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਇੱਕ ਦੁਨੀਆਦਾਰ ਬੰਦੇ ਦੀ ਵਾਸ਼ਨਾ ਹੈ, ਇਸ ਤਰ੍ਹਾਂ ਇੱਕ ਧਰਮ ਬੰਦੇ ਦੀ ਵਾਸ਼ਨਾ ਹੈ। ਜਿਸ ਤਰ੍ਹਾਂ ਇੱਕ ਆਮ ਬੰਦਾ ਵਾਸ਼ਨਾ 'ਚ ਫੁਰਨਿਆਂ 'ਚ ਜੀਂਦਾ ਹੈ, ਇੱਕ ਧਾਰਮਿਕ ਬੰਦਾ ਵੀ ਫੁਰਨਿਆਂ ਦੀ ਦੁਨੀਆ 'ਚ ਜੀ ਰਿਹਾ ਹੈ। ਕੋਈ ਫਰਕ ਨਹੀਂ ਹੈ। ਪਾਠ ਪੂਜਾ ਕਰਨ ਵਾਲੇ ਵੀ ਫੁਰਨਿਆਂ ਦੀ ਦੁਨੀਆ 'ਚ ਹੀ ਆਪਣੇ ਆਪ ਨੂੰ ਰੱਖਦੇ ਨੇ। ਉਹਨਾਂ ਦਾ ਵੀ ਚਿੱਤ ਇਕਾਗਰ ਨਹੀਂ ਹੈ। ਕੱਲ ਵੀ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਕਥਾ ਕਰ ਰਹੇ ਸੀ ਮੰਜੀ ਵਾਲ। ਉਹਨਾਂ ਨੂੰ ਕਿਸੇ ਨੇ ਕਿਹਾ ਵੀ ਉਹ ਪਹਿਲੀ ਕਥਾ ਨਹੀਂ ਤੁਹਾਡੇ ਕੋਲ ਹੁੰਦੀ ਜਿਹੜੀ ਤੁਸੀਂ ਪਹਿਲੋਂ ਅੰਦਰੋਂ ਜੁੜ ਕੇ ਕਥਾ ਕਰਦੇ ਹੁੰਦੇ ਸੀ। ਅੰਦਰ ਦੀ ਕਥਾ, ਪ੍ਰੇਮ ਵਾਲੀ, ਸਹਿਜ ਵਾਲੀ, ਆਨੰਦ ਵਾਲੀ, ਰਸ ਵਾਲੀ, ਟਿਕਾਅ ਵਾਲੀ, ਉਹ ਕਥਾ ਨਹੀਂ ਅੱਜ ਹੁੰਦੀ ਤੁਹਾਡੇ ਕੋਲ। ਉਹਨੇ ਆਖਿਆ ਹੁਣ ਕੀ ਕਰੀਏ, ਦੁਨੀਆ ਉਸ ਤਰ੍ਹਾਂ ਦੀ ਹੋ ਗਈ, ਉਹਨੇ ਮਸਾਲਾ ਲਾ ਕੇ ਗੱਲਾਂ ਕਰੀਏ ਤੇ ਤਾਂ ਲੋਕੀ ਪਸੰਦ ਕਰਦੇ ਨੇ ਕਥਾ। ਅੱਜ ਦੇ ਸਮੇਂ 'ਚ ਬੜੇ ਬੜੇ ਗਿਆਨੀਆਂ ਦਾ ਵੀ ਚਿੱਤ ਇਕਾਗਰ ਨਹੀਂ ਰਿਹਾ। ਅੱਜ ਦੇ ਸਮੇਂ ਦੌਰਾਨ ਬੜੇ ਬੜੇ ਗਿਆਨੀਆਂ ਦਾ ਵੀ ਮਨ ਦੇ ਵਿੱਚ ਭਟਕਣਾ ਪੈਦਾ ਹੋ ਗਈ ਹੈ। ਉਹਨਾਂ ਦੇ ਮਨਾਂ ਵਿੱਚ ਵੀ ਕਲੇਸ਼ ਪੈਦਾ ਹੋ ਗਿਆ। ਜਿੱਥੇ ਦੁਨੀਆਦਾਰ ਕਲੇਸ਼ ਵਿੱਚ ਜਿਉਂਦਾ ਹੈ ਨਾ, ਇਸੇ ਤਰ੍ਹਾਂ ਜਿਹੜੇ ਅਸੀਂ ਧਰਮ ਦੇ ਕੱਪੜੇ ਪਾ ਕੇ ਬੈਠੇ ਹੋਏ ਆ, ਸਾਡੇ ਅੰਦਰ ਵੀ ਕਲੇਸ਼ ਘਰ ਕਰ ਗਿਆ ਹੈ। ਇਹ ਵੈਰ ਵਾ, ਸਾਡੇ ਅੰਦਰ ਵੀ ਈਰਖਾ ਹੈ, ਸਾਡੇ ਅੰਦਰ ਵੀ ਵੈਰ ਹੈ। ਤੇ ਗੁਰੂ ਨੇ ਇਹੋ ਜਿਹਾ ਫਿਰ ਬਾਣ ਮਾਰਨਾ, ਇਹ ਸਾਰੇ ਝੜ ਜਾਣੇ ਨੇ। ਜਿਸ ਤਰ੍ਹਾਂ ਮੈਂ ਫੇਰ ਕਹਿ ਦਿਆਂ
ਦਿਲ ਉੱਤੇ ਤੀਰ ਲੱਗ ਜੇ ਤਾਂ ਸਰੀਰ ਡਿੱਗ ਪੈਂਦਾ, ਜੇ ਮਨ ਉੱਤੇ ਤੀਰ ਲੱਗ ਜੇ ਤਾਂ ਮਨ ਵਾਸ਼ਨਾਵਾਂ ਡਿੱਗ ਜਾਂਦੀਆਂ ਨੇ। ਅੱਜ ਧਰਮੀ ਬੰਦੇ ਵੀ ਲੜਦੇ ਨੇ, ਧਰਮੀ ਬੰਦੇ ਵੀ ਈਰਖਾ ਕਰਦੇ ਨੇ। ਇਹ ਧਰਮ ਕੇਵਲ ਵਿਖਾਵੇ ਮਾਤਰ ਹੀ ਰਹਿ ਗਿਆ। ਹੁਣ ਅੰਦਰੋਂ ਕਿਸੇ ਦਾ ਕ੍ਰੋਧ ਨਹੀਂ ਖਤਮ ਹੋਇਆ, ਪਾਠ ਪੂਜਾ ਨੇ ਕੁਛ ਵੀ ਨਹੀਂ ਕੀਤਾ। ਉਹ ਅੱਜ ਹੁਕਮਨਾਮਾ ਆਇਆ ਸੀ ਮਹਾਰਾਜ ਦਾ ਕਿ ਭਾਂਡਾ ਧੋਏ, ਨਾਮ ਜਪਣ ਵਾਲਿਓ ਭਾਂਡਾ ਧੋ ਅੰਦਰ ਦਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬੈਸ ਧੂਫ ਦੇਵੋ, ਇਹਨੂੰ ਸੁਗੰਧੀ ਦਿਓ, ਤੋ ਦੁੱਧੇ ਕੋ ਜਾਓ, ਤਾਂ ਫਿਰ ਨਾਮ ਦਾ ਦੁੱਧ ਮੰਗਣ ਜਾਓ ਗੁਰੂ ਦੇ ਕੋਲੋਂ। ਭਾਂਡਾ ਤੇ ਸਾਡਾ ਸਾਫ਼ ਨਹੀਂ ਹੈ। ਦੂਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ। ਜਿੰਨਾ ਚਿਰ ਬੰਦਾ ਦੁਨੀਆ ਤੋਂ ਨਿਰਾਸ਼ ਨਹੀਂ ਨਾ ਹੁੰਦਾ, ਇੰਨਾ ਚਿਰ ਇਹਦਾ ਅੰਦਰ ਦਾ ਦਹੀਂ ਜੰਮਦਾ ਨਹੀਂ ਹੈ। ਹੋਏ ਨਿਰਾਸ਼ ਜਮਾਵੋ, ਜਾਗ ਕਿਹੜੀ ਲਾਉਣੀ ਹੈ? ਦੁਨੀਆ ਤੋਂ ਨਿਰਾਸ਼ ਹੋ ਜਾਣਾ ਹੈ, ਦੁਨੀਆ ਦੀ ਆਸ ਨਹੀਂ ਰੱਖਣੀ ਕੋਈ। ਤੇ ਅੱਜ ਤੇ ਧਾਰਮਿਕ ਬੰਦੇ ਵੀ ਬੜੀਆਂ ਬੜੀਆਂ ਆਸਾਂ ਲਾ ਕੇ ਬੈਠੇ ਹੋਏ ਨੇ। ਵੱਡੀਆਂ ਗੱਡੀਆਂ ਹੋਣ ਸਾਡੇ ਕੋਲ, ਵੱਡੀਆਂ ਕੋਠੀਆਂ ਹੋਣ, ਸਾਡਾ ਬੋਲਬਾਲਾ ਹੋਵੇ। ਇਹ ਤੇ ਧਾਰਮਿਕ ਬੰਦਿਆਂ ਦੀ ਵੀ ਅੱਗ ਬਹੁਤ ਤੀਜੇ ਅਸਮਾਨ ਤੱਕ ਪਹੁੰਚੀ ਹੋਈ ਹੈ। ਨਹੀਂ ਨਹੀਂ, ਕਬੀਰ ਸਤਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਖ। ਇਹ ਫਿਰ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਗਿਆਨ ਦੇ ਨਾਲ ਦੁਨੀਆ ਨੂੰ ਸੁਧਾਰਿਆ। ਗਿਆਨ ਖੜਗ ਸੀ, ਗਿਆਨ ਤੇਗਾ ਸੀ। ਤੇ ਸੱਤਾ ਜੀ ਲਿਖਦੇ ਨੇ ਮਤ ਗੁਰ ਆਤਮ ਦੇਵ ਦੀ ਖੜਗ, ਜੋਰ ਪਰਾ ਕੋਏ ਜੀਵ ਦੇ। ਜਦੋਂ ਮਿਸਤਰੀ ਘਰ ਵਿੱਚ ਆਉਂਦਾ ਦੋ ਕੰਮ ਕਰਦਾ ਹੈ। ਜੇ ਤੇ ਪਹਿਲੇ ਮਕਾਨ ਬਣੇ ਹੋਣ ਤੇ ਨਵੇਂ ਪਾਉਣੇ ਹੋਣ ਤੇ ਉਹਨਾਂ ਨੂੰ ਢਾਉਂਦਾ ਹੈ, ਤੇ ਢਾ ਕੇ ਤੇ ਫਿਰ ਨਵੀਂ ਉਸਾਰੀ ਕਰਦਾ ਹੈ। ਤੇ ਜੇ ਗੁਰੂ ਨੂੰ ਕੋਈ ਇਹੋ ਜਿਹਾ ਬੰਦਾ ਮਿਲ ਜੇ ਜਿਹੜਾ ਕਰਮਕਾਂਡੀ ਹੋਵੇ, ਮਸਿਆ ਪੁੰਨਿਆਂ ਦੇ ਚੱਕਰਾਂ 'ਚ ਘੁੰਮਦਾ ਫਿਰਦਾ ਹੋਵੇ, ਜਿਹੜਾ ਤੀਰਥਾਂ ਉੱਤੇ ਭਟਕਦਾ ਫਿਰਦਾ ਹੋਵੇ, ਉਹਨੂੰ ਰੋਕ ਕੇ ਅਸਲੀ ਤੀਰਥ ਤੇ ਖੜਨਾ ਬੜਾ ਮੁਸ਼ਕਿਲ ਹੋ ਜਾਂਦਾ। ਜਿਹੜੇ ਬਾਹਰਲੀ ਤੀਰਥਾਂ ਦੇ ਘੁੰਮਦੇ ਫਿਰਦੇ ਹੋਣ, ਜਿਹੜੇ ਬਾਹਰੀ ਚੱਕਰਾਂ 'ਚ ਘੁੰਮਦੇ ਫਿਰਦੇ ਹੋਣ, ਉਹਨਾਂ ਨੂੰ ਅੰਦਰਲਾ ਤੀਰਥ ਸਮਝਾਉਣਾ ਤੇ ਉਸ ਤੀਰਥ ਤੇ ਖੜਨਾ ਬੜਾ ਮੁਸ਼ਕਿਲ ਹੁੰਦਾ ਹੈ, ਕਿਉਂਕਿ ਉਹਨਾਂ ਦੀ ਆਸਥਾ ਬੜੀ ਜੁੜੀ ਹੁੰਦੀ ਹੈ ਤੀਰਥਾਂ ਦੇ ਉੱਤੇ। ਤੇ ਬਲਵੰਡ ਜੀ ਲਿਖਦੇ ਨੇ ਕਿ ਮਤ ਗੁਰ ਆਤਮ ਦੇਵ ਦੀ ਖੜਗ, ਜੋਰ ਪਰਾਉ ਕੋਏ। ਉਹ ਜਿਹੜੀ ਖੜਗ ਸੀ ਨਾ, ਬੜੀ ਜ਼ੋਰ ਵਾਲੀ ਸੀ। ਉਹ ਜਿੱਥੇ ਵੱਜਦੀ ਸੀ ਉਹਨੂੰ ਛੱਡਦੀ ਨਹੀਂ ਸੀ। ਕਿਸੇ ਨੂੰ ਨਹੀਂ ਛੱਡਿਆ ਗੁਰੂ ਨਾਨਕ ਸਾਹਿਬ ਦੀ ਤੇਗ ਨੇ। ਜਿਹੜੇ ਕਿਸੇ ਕੋ ਵੀ ਨਹੀਂ ਸੁਧਰਦੇ, ਉਹ ਵੀ ਗੁਰੂ ਨਾਨਕ ਸਾਹਿਬ ਨੇ ਸੁਧਾਰ ਦਿੱਤੇ। ਉਹਨਾਂ ਤੇ ਵੀ ਤੇਗਾ ਚਲਾ ਦਿੱਤਾ ਬਾਬੇ ਨੇ ਆਪਣਾ। ਕੱਲੀ ਰਬਾਬ ਨਹੀਂ, ਬਾਬੇ ਕੋ ਤੇਗਾ ਸੀ। ਤੇ ਗੁਰੂ ਨਾਨਕ ਸਾਹਿਬ ਦੀ ਤੇਗ ਦੋ ਕੰਮ ਕਰਦੀ ਸੀ। ਆਮ ਦੁਨੀਆਦਾਰ ਕੋ ਵੀ ਤੇਗ ਹੋ ਸਕਦੀ ਹੈ, ਕਿਰਪਾਨ ਹੋ ਸਕਦੀ ਹੈ, ਕੇਵਲ ਮਾਰ ਹੀ ਸਕਦੇ ਨੇ। ਪਰ ਜਿਹੜੀ ਗਿਆਨ ਦੀ ਖੜਗ ਵਾ, ਜਿਹੜਾ ਗਿਆਨ ਦਾ ਤੇਗਾ, ਉਹ ਦੋ ਕੰਮ ਕਰਦਾ ਹੈ। ਕਰਮ ਕਾਂਡ ਤੇ ਫੋਕਟ ਕਰਮਾਂ ਨੂੰ ਕੱਟ ਕੇ ਤੇ ਨਵਾਂ ਜੀਵਨ ਦੇ ਦਿੰਦਾ ਹੈ। ਜਿਸ ਕਿਸੇ ਨੇ ਵਿਦਵਾਨ ਨੇ ਲਿਖਿਆ ਨਹੀਂ ਸੀ ਕਿ ਕਥਾ ਹੈ ਕੁਹਾੜੀ, ਕਥਾ ਹੈ ਤਾੜੀ, ਕਥਾ ਹੈ ਕੁਹਾੜੀ। ਕਥਾ ਕੀ ਕੰਮ ਕਰਦੀ? ਕੁਹਾੜੀ ਦਾ ਕੰਮ ਕਰਦੀ ਆ, ਤੁਹਾਨੂੰ ਵੱਢਦੀ ਆ, ਟੁੱਕਦੀ ਆ ਕਥਾ। ਤਾਈਓ ਤੇ ਕਈ ਸਾਡੇ ਕਈ ਲੋਕ ਸੰਪਰਦਾਈ ਲੋਕ ਕਹਿੰਦੇ ਨੇ ਗੁਰਦੁਆਰੇ ਕਥਾ ਨਹੀਂ ਹੋਣੀ ਚਾਹੀਦੀ। ਕਿਉਂ? ਕਥਾ ਵਿੱਚ ਗਾਲਾਂ ਕੱਢਣੀਆਂ ਪੈਂਦੀਆਂ ਨੇ। ਕਥਾ ਝੰਜੋੜਦੀ ਹੈ ਤੇ ਕੀਰਤਨ ਨੇ ਤੁਹਾਨੂੰ ਕੁਝ ਕਹਿਣਾ ਨਹੀਂ, ਸੁਣੋ ਨਾ ਸੁਣੋ, ਬੈਠੇ ਰਹੋ ਚੁੱਪ ਕਰਕੇ। ਕਥਾ ਨੇ ਟੁੱਕਣਾ ਹੈ, ਕਥਾ ਨੇ ਵੱਢਣਾ ਹੈ, ਕਥਾ ਨੇ ਤੁਹਾਨੂੰ ਮਾਰਨਾ ਹੈ। ਉਹ ਕਹਿੰਦੇ ਕਥਾ ਹੀ ਨਾ ਕਰੋ। ਅਖੰਡ ਕੀਰਤਨੀ ਜਥੇ ਵਾਲੇ ਕਹਿੰਦੇ ਕਥਾ ਹੀ ਨਾ ਕਰੋ ਤੁਸੀਂ। ਕਥਾ ਵਿੱਚ ਤੇ ਸਾਡੇ ਲੋਭ ਤੇ ਸੱਟ ਵੱਜਣੀ ਆ। ਉਹਨੇ ਆਖਣਾ ਲੋਭੀਓ, ਤੁਸੀਂ ਧਰਮ ਨਹੀਂ ਕਮਾ ਸਕਦੇ। ਕਥਾ ਨੇ ਤੇ ਇਹ ਕਹਿਣਾ, ਉਹ ਲੋਭੀਓ ਤੁਸੀਂ ਧਰਮ ਨਹੀਂ ਕਮਾ ਸਕਦੇ। ਹੁਣ ਲੋਭੀ ਦੇ ਸਾਹਮਣੇ ਧਨ ਦੀ ਵਡਿਆਈ ਕਰੋ ਤੇ ਵਾਹ 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 ਕਰੇਗਾ। ਜੇ ਲੋਭੀ ਦੇ ਸਾਹਮਣੇ ਧਨ ਦੀ ਨਿੰਦਾ ਕਰੋ, ਧਨ ਮੇ ਚੀਤ ਗਵਾਰ,
ਜਿਹੜੇ ਜਿਨ੍ਹਾਂ ਦਾ ਚਿੱਤ ਧਨ ਨਾਲ ਲੱਗਾ ਉਹ ਮੂਰਖ ਬੰਦੇ ਨੇ, ਉਹ ਤੁਹਾਨੂੰ ਕਥਾ ਕਰਨ ਦੇਣਗੇ ਗੁਰਦੁਆਰੇ 'ਚ? ਕਦੀ ਵੀ ਨਹੀਂ। ਧਨ ਗਿਆ ਬੈ ਚੂਰੀਏ, ਧਨ ਮੇ ਚੀਤ ਗਵਾਰ, ਧਨ ਵਿਰਲੀ ਸਚ ਸੰਚਿਆ, ਨਿਰਮਲ ਨਾਮ ਹੀ ਪਾਰ। ਧਨ ਗਿਆ ਤਾਂ ਜਾਣ ਦੇ, ਇੱਥੇ ਲੋਭੀ ਨੂੰ ਤਾਂ 60 ਵੱਜਣੀ ਹੈ। ਜਿਹੜੇ ਕਬੀਰ ਨੇ ਆਖਿਆ ਨਾ, ਮੈਨੂੰ ਤੀਰ ਮਾਰਿਆ ਮੇਰੇ ਗੁਰੂ ਨੇ, ਮੈਂ ਮਰ ਗਿਆ, ਮੈਂ ਡਿੱਗ ਗਿਆ, ਉਹ ਲੋਭ ਨੂੰ ਵੱਜਣਾ ਹੈ ਤੀਰ। ਬੁੱਢੇ ਵਾਰੇ ਤੱਕ ਮੋਹ 'ਚ ਜੀਂਦੇ ਹੋ ਤੁਸੀਂ, ਇਹਦੀ ਨਿੰਦਾ ਕਰਨੀ ਤੁਹਾਡੇ ਮੋਹ ਦੀ। ਜਿਹੜੇ ਤੁਸੀਂ ਨਾ ਪੋਤਰਿਆਂ ਨਾਲ ਬੜਾ ਪਿਆਰ ਆ ਸਾਡਾ, ਤੇ ਮਰ ਕਹਿੰਦੇ ਤੂੰ ਤੇ ਡੁੱਬਿਆ ਫਿਰ ਮੋਹ ਦੇ ਵਿੱਚ। ਤਾਂ ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾਂ ਤੈਂ ਡੂਬੀ ਅਲੇ। ਮੋਹ 'ਚ ਡੁੱਬੇ ਪਏ ਆ, ਲੋਭ ਦੇ ਨਾਲ ਸਾਨੂੰ ਗਰਸਿਆ ਪਿਆ ਹੈ। ਲੋਭ ਵਿਆਪੀ ਝੂਠੀ ਦੁਨੀਆ, ਅੰਤ ਕੀ ਬਾਰ ਮੇਰੀ ਮੇਰੀ ਕਰਕੇ ਸੰਚੀ, ਅੰਤ ਕੀ ਬਾਰ ਸਗਲ ਲੈ ਛਲੀਆ। ਉੱਥੇ ਤੇ ਲੋਭੀਆਂ ਨੂੰ ਤੇ ਉੱਥੇ ਗਾਲਾਂ ਪੈਣੀਆਂ ਨੇ ਕਥਾ ਵਿੱਚ। ਤਾਈਓ ਲੋਭੀ ਕਹਿੰਦੇ ਕਥਾ ਹੀ ਨਾ ਕਰੋ, ਬਸ ਵਾਹਿਗੁਰੂ ਵਾਹਿਗੁਰੂ ਸਿਮਰਨ ਕਰ ਲਓ, ਸ਼ਬਦ ਪੜ੍ਹ ਲਓ, ਸਤਨਾਮ ਕੜਾ ਵੰਡੋ ਤੇ ਘਰ ਨੂੰ ਜਾਓ। ਲੋਭ ਦੇ ਉਲਟ ਨਹੀਂ ਬੋਲਣਾ, ਜੇ ਬੋਲੋਗੇ ਤੇ ਗੁਰਦੁਆਰਾ ਹੀ ਬੰਦ ਕਰਾ ਦੇਵਾਂਗੇ। ਇਹ ਗੁਰਦੁਆਰੇ ਲੋਭੀਆਂ ਨੇ ਬੰਦ ਕਰਾਏ ਹੋਏ ਨੇ, ਇਹ ਬੂਹੇ ਖੁੱਲੇ ਹੋਏ ਨੇ, ਇੱਥੇ ਬਾਬੇ ਦੀ ਗੱਲ ਨਹੀਂ ਕੋਈ ਕਹਿਣ ਸੁਣ ਦਿੰਦਾ। ਨਾ 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 ਆ ਧਰਮ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਲੋਕੀ ਕਬੱਡੀਆਂ ਕਰਾਉਂਦੇ ਨੇ ਗੁਰਦੁਆਰਿਆਂ 'ਚ। ਉਹ ਕਬੱਡੀ ਕੋਈ ਧਰਮ ਦਾ ਹਿੱਸਾ ਤੁਹਾਡਾ? ਗੁਰਸਿੱਖਾਂ ਦੀ ਕਿਰਤ ਕਮਾਈ ਦੇ ਪੈਸੇ ਨਾਲ ਤੁਸੀਂ ਗੁਰਦੁਆਰਿਆਂ 'ਚ ਬੈਠ ਕੇ ਕਬੱਡੀਆਂ ਘੋਲ ਕਬੱਡੀਆਂ ਕਰਾਉਂਦੇ ਹੋ। ਇਹ ਕੋਈ ਧਰਮ ਆ? ਈਸਾਈ ਕੋਈ ਕਰਾਉਂਦਾ ਵੇਖਿਆ ਗਿਰਜੇ 'ਚ ਘੋਲ ਕਬੱਡੀ? ਮੁਸਲਮਾਨ ਮਸੀਤੇ ਨਮਾਜ਼ ਪੜ੍ਹਨ ਜਾਂਦਾ, ਕੋਈ ਕਬੱਡੀਆਂ ਕਰਾਉਣ ਜਾਂਦੇ ਨੇ? ਲੱਖਾਂ ਰੁਪਈਆ ਸੇ ਕੌਮ ਦਾ ਕਬੱਡੀਆਂ ਤੇ ਖਰਾਬ ਹੋਣ ਦੇ ਆ, ਘੋਲ ਕਬੱਡੀਆਂ ਦੇ। ਇਹ ਕੰਮ ਸਿਆਸੀ ਲੋਕਾਂ ਦਾ, ਉਹਨਾਂ ਨੂੰ ਕਰਨ ਦੇ। ਤੁਸੀਂ ਧਰਮੀ ਬੰਦੇ ਹੋ, ਤੁਸੀਂ ਧਰਮ ਨੂੰ ਲੈ ਕੇ ਅੱਗੇ ਚੱਲੋ। ਆ ਕਰੋੜਾਂ ਰੁਪਈਆ ਲਾ ਕੇ ਈਸਾਈਆਂ ਨੇ ਉੱਥੇ ਜਲੰਧਰ ਮਸੀਤ ਆਪਣੇ ਬਣਾਤਾ ਗਿਰਜਾ, ਤੇ ਸਿੱਖਾਂ ਨੂੰ ਦਵਾ ਦਵ ਉਹ ਬਣਾ ਰਹੇ ਨੇ ਈਸਾਈ। ਤੇ ਤੁਸੀਂ ਆਪਣੇ ਪੈਸੇ ਨਾਲ ਧਰਮ ਨੂੰ ਬਚਾਉਣਾ ਕਿ ਤੁਸੀਂ ਇਹ ਜਿਹੜੇ ਨਿਤ ਨਵੀਆਂ ਹਜਾਮਤਾਂ ਕਰਦੇ ਨੇ ਤੇ ਉਹਨਾਂ ਦੀਆਂ ਤੁਸੀਂ ਕਬੱਡੀਆਂ ਗੁਰਦੁਆਰਿਆਂ 'ਚ ਪੈਸਾ ਇਕੱਠਾ ਕਰਕੇ ਕਰਾਉਣੀਆਂ ਨੇ? ਇੱਥੇ ਫਿਰ ਤੁਹਾਨੂੰ ਗਾਲਾਂ ਪੈਣੀਆਂ ਨੇ ਕਥਾ ਵਿੱਚ, ਕੀਰਤਨ ਵਿੱਚ ਗਾਲਾਂ ਨਹੀਂ ਪੈਣੀਆਂ। ਬਸ ਸੁਣ ਲਿਓ ਅੱਖਾਂ ਮੀਟ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਇੱਥੇ ਤੇ ਵਿਸਾਰ ਹਰ ਜੀਓ ਬਿਖੇ ਭੋਗੇ ਤਬ ਤਥਮ ਗੱਲ ਲਾਏ। ਕੋ ਤੁਸੀਂ ਪਰਾਈਆਂ ਇਸਤਰੀਆਂ ਦਾ ਸੰਗ ਕਰਦੇ, ਬਾਣੀ ਕਹਿੰਦੇ ਤੁਹਾਨੂੰ ਤੱਤਿਆਂ ਥੰਮਾਂ ਨਾਲ ਲਾਇਆ ਜਾਣਾ ਹੈ, ਸਾੜਿਆ ਜਾਣਾ ਤੁਹਾਨੂੰ। ਇਹ ਕੌਣ ਗੱਲਾਂ ਸੁਣੇਗਾ? ਕਿਸੇ ਦੇ ਅੰਦਰ ਹਿੰਮਤ ਨਹੀਂ ਇਹ ਗੱਲਾਂ ਕਰਨ ਦੀ, ਕਿਉਂਕਿ ਇਹਨਾਂ ਲੋਭੀਆਂ ਨੇ ਗੁਰਦੁਆਰਿਆਂ ਦੇ ਬੂਹੇ ਬੰਦ ਕਰ ਛੱਡੇ ਨੇ। ਲੋਭੀ ਤਾਂ ਕਥਾ ਕਰ ਨਹੀਂ ਦਿੰਦੇ ਵੀ ਸਾਡੀ, ਤੁਸੀਂ ਲੋਭ ਦੇ ਉਲਟ ਬੋਲੋਗੇ ਤੇ ਸਾਡੀ ਨਿੰਦਾ ਹੋ ਜਾਊਗੀ। ਨਹੀਂ 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 ਨਹੀਂ। ਮੈਂ ਕਹਿ ਰਿਹਾ ਸੀ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾਉ ਕੋਏ। ਜਿਹੜਾ ਗੁਰੂ ਨਾਨਕ ਦਾ ਤੇਗਾ ਸੀ ਉਹ ਬੜਾ ਜ਼ੋਰ ਵਾਲਾ ਸੀ, ਤੇ ਉਹ ਦੋ ਕੰਮ ਕਰਦਾ ਸੀ, ਇੱਕ ਨਹੀਂ। ਹਾਲਾਂਕਿ ਖੜਗ ਕੇਵਲ ਬਾਹਰਲੀ ਖੜਗ ਜਿਹੜੀ ਆ ਨਾ, ਇੱਕ ਹੀ ਕੰਮ ਕਰਦੀ ਆ, ਉਹ ਵੱਢ ਦਿੰਦੀ ਬੱਕਰੇ ਦਾ ਸਿਰ ਤੇ ਚਲੋ ਮੁੱਕ ਜਾਂਦੀ ਕਹਾਣੀ। ਪਰ ਜਿਹੜਾ ਗਿਆਨ ਵਾ, ਗੁਰੂ ਨਾਨਕ ਸਾਹਿਬ ਦਾ ਜਿਹੜਾ ਗਿਆਨ ਰੂਪੀ ਤੇਗਾ ਹੈ, ਦੋ ਕੰਮ ਕਰਦਾ ਹੈ। ਪਰਾਉ ਕੋਏ ਜੀਵਨ ਦੇ, ਇੱਕ ਪਾਸੇ ਵੱਢ ਦਿਆ ਤੇ ਦੂਸਰੇ ਪਾਸੇ ਜੀਵਨ ਦੇ ਦਿੰਦਾ ਹੈ ਗਿਆਨ। ਜੇ ਲੈਣੇ ਨੂੰ ਕਰਮ ਕਾਂਡ ਤੋਂ ਰੋਕਿਆ ਤੇ ਉਹਨੂੰ ਅਸਲੀ ਜੀਵਨ ਦੇ ਦਿੱਤਾ। ਜੇ ਮੱਕੇ ਦੇ ਕਾਜ਼ੀਆਂ ਨੂੰ ਆਖਿਆ ਵੀ ਜਿਹਨੂੰ ਤੁਸੀਂ ਮੰਨ ਕੇ ਬੈਠੇ ਹੋ ਖੁਦਾ ਦਾ ਘਰ, ਇਹ ਖੁਦਾ ਦਾ ਘਰ ਨਹੀਂ ਹੈ, ਫਿਰ ਅਸਲੀ ਖੁਦਾ ਦਾ ਘਰ ਬਾਬੇ ਨੇ ਰੁਕਨਦੀਨ ਕਾਜੀ ਨੂੰ ਦੱਸ ਦਿੱਤਾ ਹੈ। ਇਹ ਗਿਆਨ ਦੋ ਕੰਮ ਕਰਦਾ ਹੈ। ਪਰਾਉ ਕੋਏ ਜੀਵਨ ਦੇ, ਜੀਵਨ ਵੀ ਦਿੰਦਾ ਹੈ, ਮਾਰਦਾ ਵੀ ਆ ਗਿਆਨ। ਪਹਿਲਾਂ ਮਾਰਦਾ ਹੈ, ਪਹਿਲਾਂ ਵੱਢਦਾ ਹੈ, ਟੁੱਕਦਾ, ਫਿਰ ਜੀਵਨ ਦੇ ਦਿੰਦਾ ਹੈ। ਤੇ ਕਬੀਰ ਸਾਹਿਬ ਨੇ ਕਿਹਾ, ਮੂਏ ਬਿਨ ਜੀਵਨ ਨਾਹੀ। ਜਿੰਨਾ ਚਿਰ ਤੁਸੀਂ ਤੁਹਾਡਾ ਮਨ ਮਰਦਾ ਨਹੀਂ ਹੈ, ਉਹਨਾਂ ਚਿਰ ਧਰਮ ਦਾ ਜੀਵਨ ਮਿਲਦਾ ਨਹੀਂਗਾ। ਜਿੱਦਾਂ ਕਿਹਾ ਨਾ ਕਿ ਸਤਿਗੁਰ ਕੇ ਜਨਮੇ ਗਮਨ ਮਟਾਇਆ। ਅਸੀਂ ਗੁਰੂ ਦੇ ਘਰ ਅਜੇ ਜੰਮੇ ਹੀ ਨਹੀਂ ਹੈ। ਜਦੋਂ ਜੰਮਾਂਗੇ ਫਿਰ ਗੁਰੂ ਜੰਮਾਂਗਾ, ਫਿਰ ਉਹ ਜੀਵਨ ਮਿਲਦਾ, ਜਨਮ ਵਾਲੇ ਨੂੰ ਨਵਾਂ ਜੀਵਨ ਮਿਲ ਜਾਂਦਾ ਹੈ। ਤੇ ਆਓ ਉਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ
ਤੇ ਭਾਈ ਗੁਰਦਾਸ ਨੇ ਲਿਖਿਆ ਕਿ ਫਿਰ ਬਾਬਾ ਆਇਆ ਕਰਤਾਰਪੁਰੇ, ਭੇਖ ਉਦਾਸੀ ਸਗਲ ਉਤਾਰਾ। ਉਹ ਕੱਪੜੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਉਦਾਸੀ ਵੇਲੇ ਪਾਏ ਸਨ, ਉਹ ਜਦੋਂ ਫਿਰ ਇਸ ਖੂਹ ਤੇ ਆਏ, ਅਜਿੱਤੇ ਰੰਧਾਵੇ ਦੇ ਖੂਹ ਤੇ ਆਏ ਨਾ ਜਦੋਂ, ਤੇ ਅਜਿੱਤੇ ਰੰਧਾਵੇ ਨੇ ਆਣ ਕੇ ਮੱਥਾ ਟੇਕਿਆ ਤੇ ਆਖਿਆ, ਮਹਾਰਾਜ ਕੱਪੜੇ ਲਾ ਦਿਓ ਤੁਸੀਂ ਹੁਣ, ਆ ਜਿਹੜੇ ਆ ਇਹ ਦੁਨੀਆਦਾਰ ਨੂੰ ਕੱਪੜੇ ਸਾਧੂਆਂ ਵਾਲੇ ਚੰਗੇ ਨਹੀਂ ਲੱਗਦੇ। ਉਹ ਫਿਰ ਗੁਰੂ ਨਾਨਕ ਸਾਹਿਬ ਨੇ ਉਹ ਕੱਪੜੇ ਜਿਹੜੇ ਅਜਿੱਤੇ ਰੰਧਾਵੇ ਨੇ ਲਿਆਣ ਕੇ ਦਿੱਤੇ, ਉਹ ਪਾ ਲਏ ਤੇ ਪਹਿਲੇ ਕੱਪੜੇ ਲਾਹ ਦਿੱਤੇ। ਤੇ ਅਗਲੀ ਗੱਲ ਭਾਈ ਗੁਰਦਾਸ ਜੀ ਲਿਖੇ ਨੇ, ਮੰਜੀ ਬੈਠ ਕੀਆ ਅਵਤਾਰਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜਿੰਨਾ ਚਿਰ ਉਦਾਸੀਆਂ ਤੇ ਰਹੇ ਨੇ, ਕਿਸੇ ਮੰਜੀ ਉਤੇ ਨਹੀਂ ਬੈਠੇ, ਭੋਏ ਤੇ ਬੈਠੇ ਨੇ, ਮੰਜੀ ਉਤੇ ਨਹੀਂ ਬੈਠੇ। ਕਿਉਂਕਿ ਇੱਕ ਸਾਧੂਆਂ ਦੀ ਮਰਜ਼ਾਦਾ ਹੁੰਦੀ ਹੈ। ਸਾਧੂਆਂ ਦੇ ਡੇਰੇ ਤੇ ਪੁਰਾਣੀ ਪਰੰਪਰਾਵਾਂ ਹੁੰਦੀਆਂ ਸੀ ਕਿ ਮੰਜੀ ਨਹੀਂ ਰੱਖਣੀ, ਮੰਜੀ ਨਾਲ ਦਲਿੱਦਰ ਆ ਜਾਂਦਾ ਹੈ। ਤੇ ਦੂਸਰੀ ਇਹ ਗੱਲ ਸੀ, ਜੇ ਕਿਸੇ ਸਾਧੂ ਦੇ ਡੇਰੇ ਤੇ ਮੰਜੀ ਕੋਈ ਆ ਰੱਖ ਲੈਂਦਾ ਸੀ ਨਾ, ਕੋਈ ਸਾਧੂ ਮਹਾਤਮਾ, ਤੇ ਦੂਸਰੇ ਲੋਕ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਇਹ ਗ੍ਰਸਤੀ ਬਣ ਗਿਆ, ਕਿਉਂਕਿ ਮੰਜੀਆਂ ਦੀ ਲੋੜ ਤਾਂ ਗ੍ਰਸਤੀ ਨੂੰ ਆ। ਸਾਧੂਆਂ ਨੇ ਤਾਂ ਜਪ ਤਪ ਕਮਾਉਣੇ ਹੁੰਦੇ ਨੇ, ਜਿਹੜੇ ਮੰਜੀਆਂ ਤੇ ਪੈਂਦੇ ਨੇ ਉਹ ਜਪ ਤਪ ਨਹੀਂ ਕਮਾ ਸਕਦੇ। ਉਹ ਫਿਰ ਭਾਈ ਗੁਰਦਾਸ ਨੇ ਕਿ ਮੰਜੀ ਬੈਠ ਕੀਆ ਅਵਤਾਰਾ। ਮੰਜੀ ਉੱਤੇ ਬੈਠ ਕੇ ਗਏ ਗੁਰੂ ਨਾਨਕ ਸਾਹਿਬ, ਹੁਣ ਮੰਜੀ ਉੱਤੇ ਬੈਠ ਗਏ ਨੇ ਤੇ ਕਰਤਾਰਪੁਰ ਸਾਹਿਬ ਇੱਕ ਸ਼ਹਿਰ ਆਪਣਾ ਧਰਮਸ਼ਾਲਾ ਬਣਾ ਲਈ, ਉਹਦਾ ਨਾਂ ਰੱਖਿਆ ਕਰਤਾਰਪੁਰ। ਇਸ ਜਗ੍ਹਾ ਉੱਤੇ ਆਣ ਕੇ ਹੁਣ ਲਹਿਣਾ ਘਾਲਣਾ ਪਿਆ, ਘਾਲਦਾ ਹੈ, ਕਿਉਂਕਿ ਉੱਥੇ ਖੜਗ ਚੱਲ ਗਈ, ਤੇਗ ਚੱਲ ਗਈ। ਤੇ ਘਾਲਦਿਆਂ ਘਾਲਦਿਆਂ 7 ਸਾਲ ਹੋ ਗਏ ਨੇ, ਤੇ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਥਾਂ ਤੇ ਕੋਈ ਹੋਰ ਸਰੀਰ ਨੂੰ ਥਾਪਣਾ ਚਾਹੁੰਦੇ ਨੇ, ਤੇ ਆਪ ਇਸ ਸਰੀਰ ਦਾ ਤਿਆਗ ਕਰਨਾ ਚਾਹੁੰਦੇ ਨੇ। ਤੇ ਥਾਪਣ ਤੋਂ ਪਹਿਲਾਂ ਬਾਣੀ 'ਚ ਲਿਖਿਆ ਕਿ ਹੋਰਿਓ ਗੰਗ ਵਿਹਾਈ ਓਨ ਦੁਨਿਆਈ ਆਖੇ ਕਿ ਕਿਉਂ। ਜਿੱਦਣ ਲਹਿਣੇ ਨੂੰ ਆਖਿਆ, ਲਹਿਣਿਆ ਤਖਤ ਉੱਤੇ ਬੈਠ, ਤੇ ਹੁਣ ਗੁਰੂ ਦਾ ਹੁਕਮ ਮੰਨਦਿਆਂ ਤਖਤ ਉੱਤੇ ਲਹਿਣਾ ਬੈਠਾ, ਤੇ ਲੋਕਾਂ ਨੇ ਆਖਿਆ, ਬਾਬਾ ਤੂੰ ਠੀਕ ਨਹੀਂ ਕੀਤਾ। ਹੋਰਿਓ ਗੰਗ ਵਿਹਾਈ ਹੋਣ ਦੁਨਿਆਈ ਆਖੇ ਕਿ ਕਿਨ। ਦੁਨੀਆ ਆਖੀ, ਬਾਬਾ ਤੂੰ ਕੀ ਕਰ ਦਿੱਤਾ, ਤੂੰ ਇੱਕ ਆਪਣੇ ਸੇਵਕ ਨੂੰ ਤਖਤ ਉੱਤੇ ਬਿਠਾ ਦਿੱਤਾ, ਤੇ ਐਡੇ ਵੱਡੇ ਸੰਤ ਸ਼੍ਰੀ ਸ਼੍ਰੀ ਚੰਦ ਜੀ ਬਾਬਾ ਜੀ ਤੁਹਾਡੇ ਪੁੱਤਰ ਨੇ, ਤੇ ਪੁੱਤਰਾਂ ਦਾ ਹੱਕ ਬਣਦਾ ਹੈ ਪਿਓ ਦੇ ਥਾਂ ਤੇ ਬਹਿਣਾ, ਤੇ ਤੁਸੀਂ ਇੱਕ ਸੇਵਕ ਨੂੰ ਬਿਠਾ ਦਿੱਤਾ। ਦੁਨਿਆਈ ਆਖੇ ਕਿ ਕਿਉਂ। ਦੁਨੀਆ ਨੇ ਆਖਿਆ ਤੂੰ ਠੀਕ ਨਹੀਂ ਕੀਤਾ ਬਾਬਾ। ਪਰ ਅਗਲੀ ਗੱਲ ਨਾਲ ਹੀ ਲਿਖੀ ਹੈ, ਨਾਨਕ ਈਸਰ ਜਗਨਾਥ। ਗੁਰੂ ਨਾਨਕ ਰੱਬ ਨੇ, ਬਾਰ-ਬਾਰ ਬਾਣੀ 'ਚ ਉਸਦਾ ਜ਼ਿਕਰ ਆਉਂਦਾ ਹੈ। ਨਾਨਕ ਈਸਰ ਜਗਨਾਥ, ਉਹ ਈਸ਼ਰ ਆ, ਮਾਲਕ ਹੈ, ਤੇ ਮਾਲਕ ਦੀ ਮਰਜ਼ਾਦਾ ਨੂੰ ਦੁਨੀਆਦਾਰ ਕਿਵੇਂ ਸਮਝ ਸਕਦਾ ਹੈ? ਦੁਨੀਆਦਾਰ ਦੀ ਸਮਝ 'ਚ ਕਿਵੇਂ ਗੱਲ ਰੱਬ ਦੀ ਆ ਸਕਦੀ ਹੈ? ਉੱਚੇ ਦੀ ਵਹਿਣ ਵਿਰਖੇ ਹੋਣ, ਬੜੀ ਉੱਚੀ ਗੱਲ ਕਹੀ ਸੀ ਗੁਰੂ ਨਾਨਕ ਸਾਹਿਬ ਨੇ, ਤੇ ਲੋਕਾਂ ਨੂੰ ਸਮਝ ਨਹੀਂ ਲੱਗੀ, ਤੇ ਲੋਕਾਂ ਨੇ ਆਖਿਆ, ਬਾਬਾ ਦੁਨਿਆਈ ਆਖੇ ਕਿ ਕਿਉਂ। ਲੋਕਾਂ ਨੇ ਆਖਿਆ, ਬਾਬਾ ਤੂੰ ਠੀਕ ਨਹੀਂ ਕੀਤਾ, ਜੋ ਵੀ ਕੀਤਾ ਤੂੰ ਠੀਕ ਨਹੀਂ ਕੀਤਾ। ਨਾਨਕ ਈਸਰ ਜਗਨਾਥ, ਉੱਚੇ ਦੀ ਵਹਿਣ ਵਿਰਖੇ ਹੋਣ। ਪਰ ਜਦੋਂ ਲਹਿਣਾ ਉੱਥੇ ਘਾਲਣਾ ਘਾਲ ਰਿਹਾ ਸੀ ਕਰਤਾਰਪੁਰ, ਤੇ ਕੀ ਕਰ ਰਿਹਾ ਸੀ? ਮਦਾਣਾ ਪਰਬਤ ਕਰ ਬਾਸਕ ਨੇਤਰ ਸ਼ਬਦ ਰਿੜਕਿਓਣ। ਲਹਿਣਾ ਕਰਤਾਰਪੁਰ ਸਾਹਿਬ ਇਸ ਸਰੀਰ ਨੂੰ ਰਿੜਕ ਰਿਹਾ, ਸਰੀਰ ਵਿੱਚੋਂ ਤੱਤ ਲੱਭ ਰਿਹਾ ਹੈ। ਜਿੱਦਾਂ ਕਬੀਰ ਸਾਹਿਬ ਨੇ ਨਹੀਂ ਕਿਹਾ ਕਿ ਹਰ ਕਾ ਬਿਲੋਵਣਾ ਬਲਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਈ। ਕਹਿਣ ਲੱਗੇ ਜੇ ਤੁਸੀਂ ਉਸ ਤੱਤ ਰੂਪੀ ਪਰਮੇਸ਼ਰ ਨੂੰ
ਉਸ ਮੱਖਣ ਰੂਪੀ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਹੋ ਨਾ, ਫਿਰ ਰਿੜਕਣਾ ਰਿੜਕੋ। ਕਿਉਂਕਿ ਜਿੰਨਾ ਚਿਰ ਮੱਖਣ ਨੂੰ, ਆਪਣੇ ਦਹੀਂ ਨੂੰ ਰਿੜਕਿਆ ਨਾ ਜਾਵੇ, ਉਹਨਾਂ ਚਿਰ ਮੱਖਣ ਨਹੀਂ ਮਿਲਦਾ। ਤੇ ਜਿੰਨਾ ਚਿਰ ਇਹ ਵਿਡ ਪਿੰਡ ਠਿਣ ਕੇ ਆਉਣ, ਜਿੰਨਾ ਚਿਰ ਇਹ ਸਰੀਰ ਨੂੰ ਕੋਈ ਨਹੀਂ ਰਿੜਕਦਾ, ਜਿੰਨਾ ਚਿਰ ਇਸ ਮਨ ਨੂੰ ਕੋਈ ਰਿੜਕਣਾ ਨਹੀਂ ਰਿੜਕਦਾ, ਉਹਨਾਂ ਚਿਰ ਫਿਰ ਤੱਤ ਮਿਲਦਾ ਨਹੀਂ ਹੈ। ਜਿੱਦਾਂ ਕਬੀਰ ਸਾਹਿਬ ਨੇ ਕਿਹਾ ਕਿ ਤਨ ਕਰ ਮਟਕੀ, ਇਹ ਸਰੀਰ ਨੂੰ ਮਟਕੀ ਬਣਾਓ। ਤਨ ਕਰ ਮਟਕੀ ਮਨ ਮਾਹੇ ਬਲੋਹੀ, ਮਨ ਨੂੰ ਰਿੜਕਣਾ ਹੈ, ਇਹ ਸਰੀਰ ਵਿੱਚ ਰੱਖ ਕੇ ਇਹਨੂੰ ਰਿੜਕਣਾ ਹੈ। ਇਸ ਮਟਕੀ ਮੈਂ ਸ਼ਬਦ ਸੰਜੋਈ, ਤੇ ਸ਼ਬਦ ਰੂਪੀ ਜਾਗ ਪਹਿਲੋਂ ਲਾਓ, ਫੇਰ ਰਿੜਕਿਆ ਜਾਣਾ। ਉਹ ਫਿਰ ਜਿਨ ਇਹ ਵਿਡ ਪਿੰਡ ਠਿਣ ਕੇ ਆਉਣ, ਲੈਣੇ ਨੇ ਫਿਰ ਇਹ ਸਰੀਰ ਦੇ ਵਿੱਚੋਂ ਉਸ ਤੱਤ ਨੂੰ ਪ੍ਰਾਪਤ ਕੀਤਾ। ਜਿਨ ਇਹ ਵਿਡ ਪਿੰਡ ਠਿਣ ਕੇ ਆਉਣ, ਅਸਮਾਨ ਕਿਆੜਾ ਸਿੱਕੇ ਆਉਣ, ਲੈਣੇ ਧਰਿਓ ਸੱਤ ਸਿਰ, ਅਸਮਾਨ ਕਿਆੜਾ ਸਿੱਕੇ ਆਉਣ। ਲੈਣੇ ਦੇ ਸਿਰ ਉੱਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਛਤਰ ਫਰਾ ਦਿੱਤਾ ਨਾ, ਤੇ ਜਿੰਨੀ ਵਡਿਆਈ ਗੁਰੂ ਨਾਨਕ ਸਾਹਿਬ ਦੀ, ਉਨੀ ਵਡਿਆਈ ਲੈਣੇ ਦੀ ਹੋਣ ਲੱਗ ਪਈ। ਜੋਤ ਸਮਾਣੀ ਜੋਤ ਮੈਂ ਆਪ ਆਪੇ ਸੇਤੀ ਮਿਕਿਓ। ਹੁਣ ਉਹ ਸਰੀਰ ਜਿਸ ਨੂੰ ਵੱਡੇ ਵੱਡੇ ਬਾਦਸ਼ਾਹ, ਕਾਰੂ ਬਾਦਸ਼ਾਹ ਵਰਗੇ ਝੁਕ ਕੇ ਮੱਕੇ ਮਦੀਨੇ ਨੇ ਝੁਕ ਕੇ ਨਮਸਕਾਰ ਕੀਤੀ, ਉਹ ਸਰੀਰ ਅੱਜ ਧਰਤੀ ਤੋਂ ਅਲੋਪ ਹੋਣ ਲੱਗਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ, ਮੈਂ ਉਸ ਸਰੀਰ ਦੇ ਥਾਂ ਤੇ ਇੱਕ ਹੋਰ ਸਰੀਰ ਥਾਪ ਕੇ ਚੱਲਿਆ। ਨਾਨਕ ਰਾਜ ਚਲਾਇਆ। ਜਦੋਂ ਰਾਜ ਹੋਵੇ ਤੇ ਰਾਜ ਦਾ ਫਿਰ ਰਾਜਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਧਰਮ ਦਾ ਰਾਜ ਚਲਾਇਆ, ਤੇ ਉਸ ਧਰਮ ਦੇ ਰਾਜ ਦਾ ਦੂਸਰਾ ਬਾਦਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਹੋਏ ਨੇ। ਨਾਨਕ ਰਾਜ ਚਲਾਇਆ ਸਤਕੋਟ ਸਤਾਣੀ, ਸਚਕੋਟ ਸਤਾਣੀ ਨੀਮ ਦੇ, ਲੈਣੇ ਧਰਿਓ ਛੱਤ ਸਿਰ। ਉਹ ਦੂਸਰੇ ਰਾਜੇ ਨੂੰ ਤਖਤ ਉੱਤੇ ਬਿਠਾ ਕੇ ਉੱਤੇ ਛਤਰ ਚਲਾ ਦਿੱਤਾ। ਅਸਮਾਨ ਕਿਆ ਜੋਤ ਸਮਾਣੇ ਜੋਤ ਮੈਂ ਆਪ ਆਪੇ ਸੇਤੀ ਮਿਕਿਓਣ। ਸਿੱਖਾਂ ਪੁੱਤਰਾਂ ਘੋਖ ਕੇ, ਇਹ ਬਾਣੀ ਆ। ਜੇ ਇਤਿਹਾਸ ਹੋਵੇ ਤੇ ਅਸੀਂ ਨਾ ਮੰਨੀਏ, ਜੇ ਇਤਿਹਾਸ ਹੋਵੇ ਤੇ ਅਸੀਂ ਸ਼ੱਕ ਕਰ ਲਈਏ ਵੀ ਇਹ ਗੱਲਾਂ ਐਵੇਂ ਲਿਖੀਆਂ ਹੋ ਸਕਦੀਆਂ ਨੇ, ਪਰ ਨਹੀਂ, ਬਾਣੀ ਹੈ। ਸਿੱਖਾਂ ਨੂੰ ਪਰਖਿਆ ਗਿਆ। ਸਿੱਖਾਂ ਦੂਸਰੇ ਨੰਬਰ ਤੇ, ਸਿੱਖਾਂ ਪੁੱਤਰਾਂ, ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖਿਓ। ਸਾਰੀ ਸੰਗਤ ਨੂੰ ਸੰਗਤ ਨੇ ਵੇਖਿਆ। ਜਾਂ ਸਦੋਸ਼ ਤਾਂ ਲੈਣਾ ਟਿਕਿਓਣ। ਬਾਬਾ ਬੁੱਢਾ ਜੀ ਪਿੱਛੇ ਰਹਿ ਗਏ, ਭਾਈ ਸਧਾਰਨ ਵਰਗੇ ਵੀ ਪਿੱਛੇ ਰਹਿ ਗਏ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਵੀ ਪਿੱਛੇ ਰਹਿ ਗਏ। ਜੀ ਸਭ ਤੋਂ ਪਹਿਲੇ ਨੰਬਰ ਤੇ ਆਏ ਨੇ ਤੇ ਉਹ ਸ਼੍ਰੀ ਲਹਿਣਾ ਜੀ ਆਏ ਨੇ। ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੋ, ਜਾਂ ਸਦੋਸ਼ ਤਾਂ ਲੈਣਾ ਟਿਕਿਓ। ਸਾਰੀਆਂ ਪਰਖਾਂ ਦੇ ਵਿੱਚ ਲਹਿਣਾ ਪੂਰਾ ਨਿਕਲਿਆ, ਤੇ ਆਪਣੇ ਥਾਂ ਤੇ ਬਿਠਾ ਕੇ ਫਿਰ ਲਹਿਣੇ ਨੂੰ ਗੁਰਤਾ ਗੱਦੀ ਦਾ ਤਿਲਕ ਲਾ ਦਿੱਤਾ। ਤੇ ਤਿਲਕ ਲਾ ਕੇ ਆਖਿਆ, ਲੈਣਿਆ ਹੁਣ ਤੂੰ ਕਰਤਾਰਪੁਰ ਨਹੀਂ ਰਹਿਣਾ। ਅੱਜ ਸਾਡੀ ਬੜੀ ਦੌੜ ਲੱਗੀ ਹੋਈ ਕਰਤਾਰਪੁਰ ਨੂੰ। ਪਿੰਡ ਦੇ ਗੁਰਦੁਆਰੇ ਮੱਥਾ ਟੇਕੀਏ ਚਾਹੇ ਨਾ ਟੇਕੀਏ, ਕਰਤਾਰਪੁਰ ਜਾਣਾ, ਬੂਹਾ ਖੋਲ ਦਿਓ ਸਾਨੂੰ। ਹੁਣ ਪਤਾ ਨਹੀਂ ਕੀ ਲੈਣ ਜਾਣਾ, ਮੈਨੂੰ ਇਸ ਦਾ ਪਤਾ ਨਹੀਂ। ਹੁਣ ਮੈਂ ਨਾ ਹੀ ਦੱਸਾਂ ਹੁਣ ਕੀ ਲੈਣ ਜਾਣਾ ਬਹੁਤਿਆਂ ਨੇ ਕਰਤਾਰਪੁਰ। ਪਹਿਲਾ ਬਚਨ ਆਖਿਆ, ਲੈਣਿਆ ਹੁਣ ਕਰਤਾਰਪੁਰ ਨਹੀਂ ਰਹਿਣਾ। ਤੇ ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਆਖਿਆ, ਲੈਣਿਆ ਕਰਤਾਰਪੁਰ ਨਹੀਂ ਰਹਿਣਾ, ਇੱਥੇ ਈਰਖਾ ਕਰਨਗੇ ਤੇ ਤੂੰ ਉੱਥੇ ਚਲ ਜਾ ਖਡੂਰ ਸਾਹਿਬ, ਜਿਹੜਾ ਕਹਿੰਦੇ ਫੇਰ ਵਸਾਇਆ ਫੇਰ ਆਣ।
ਪਹਿਲੋਂ ਵੀ ਉੱਥੇ ਰਹਿੰਦੇ ਸਨ ਗੁਰੂ ਅੰਗਦ ਸਾਹਿਬ ਜੀ, ਹੱਟੀ ਕਰਦੇ ਸੀ, ਤੇ ਫੇਰ ਆਣ ਕੇ ਉੱਥੇ ਫੇਰ ਆ ਗਏ ਜਿੱਥੋਂ ਗਏ ਸੀ ਨਾ ਖਡੂਰ ਸਾਹਿਬ ਤੋਂ, ਫੇਰ ਵਸਾਇਆ, ਫੇਰ ਆਣ, ਫਿਰ ਉਸੇ ਜਗ੍ਹਾ ਤੇ ਆ ਗਏ ਜਿੱਥੋਂ ਘਾਲਣ ਵਾਸਤੇ ਖਡੂਰ ਸਾਹਿਬ ਤੋਂ ਕਰਤਾਰਪੁਰ ਆਏ ਸੀ, ਤੇ ਅਖੀਰ ਤੇ ਕਰਤਾਰਪੁਰੋਂ ਫੇਰ ਖਡੂਰ ਸਾਹਿਬ ਨੂੰ ਮੁੜ ਗਏ, ਫੇਰ ਵਸਾਇਆ, ਫੇਰ ਆਣ, ਦੁਬਾਰਾ ਉੱਥੇ ਫੇਰ ਆ ਗਏ। ਇਹਦਾ ਕਈ ਅਰਥ ਫੇਰੂਮਾਨ ਵੀ ਕਹਿੰਦੇ, ਉਹਨਾਂ ਦੇ ਪਿਤਾ ਦਾ ਨਾਮ ਹੀ ਲੈਂਦੇ ਨੇ ਫੇਰੂਮਲ, ਨਹੀਂ, ਫੇਰ ਵਸਾਇਆ, ਫੇਰ ਆਣ, ਫੇਰ ਉਸੇ ਜਗ੍ਹਾ ਤੇ ਆ ਗਏ। ਤੇ ਜਦੋਂ ਆਖਿਆ ਕਿ ਲੈਣਿਆ ਇੱਥੇ ਨਹੀਂ ਰਹਿਣਾ, ਜਾ ਕਰਤਾਰਪੁਰ, ਤੇ ਆਖਿਆ ਲੈਣਿਆ ਕੁਛ ਹੋਰ ਮੰਗ ਲਾ ਹੁਣ। ਤੇ ਉਹ ਕਹਿਣ ਲੱਗੇ ਮਹਾਰਾਜ ਜਿਹੜੀ ਤੁਹਾਡੀ ਬਾਣੀ ਆ ਨਾ, ਪੋਥੀਆਂ ਜਿਹੜੀਆਂ, ਮੈਨੂੰ ਪੋਥੀਆਂ ਬਾਣੀ ਦੇ ਦਿਓ ਆਪਣੀ। ਇਤਿਹਾਸਕਾਰਾਂ ਨੇ ਜੋ ਲਿਖਿਆ, ਹਾਲਾਂਕਿ ਜਦੋਂ ਗੁਰਤਾ ਗੱਦੀ ਦਿੱਤੀ ਆ ਨਾ ਲੈਣੇ ਨੂੰ, ਨਾਲ ਪੋਥੀਆਂ ਵੀ ਰੱਖੀਆਂ ਗਈਆਂ। ਏਡਾ ਵੱਡਾ ਕੀਮਤੀ ਖਜ਼ਾਨਾ ਗੁਰੂ ਨਾਨਕ ਸਾਹਿਬ ਦਾ ਉਹਨਾਂ ਨੇ ਸਾਂਭ ਕੇ ਰੱਖਿਆ ਆਪਣੀ। ਵੇਖੋ ਜਿਨ੍ਹਾਂ ਨੇ ਕਿਤੇ ਕਵੀਆਂ ਨੇ ਕਵਿਤਾ ਲਿਖੀਆਂ ਹੋਣ ਨਾ ਆਪਣੇ ਡਾਇਰੀ ਦੇ ਵਿੱਚ, ਉਹ ਡਾਇਰੀ ਬੜੀ ਸਾਂਭ ਕੇ ਰੱਖਦੇ ਆ। ਇਹ ਗਵਾਚ ਗਈ ਤੇ ਅਸੀਂ ਗਏ, ਜਿੱਦਾਂ ਗੁਰਬਾਣੀ ਨਹੀਂ ਕਹਿੰਦਾ ਪੰਡਤ ਰੋਵੇ ਗਿਆਨ ਗਵਾਏ, ਜਦੋਂ ਗਿਆਨ ਗਵਾਚ ਜਾਂਦਾ ਪੰਡਤ ਰੋਂਦੇ ਨੇ, ਪਰ ਗੁਰੂ ਨਾਨਕ ਸਾਹਿਬ ਦਾ ਗਿਆਨ ਗਵਾਚ, ਇਹ ਤੇ ਰੱਬੀ ਗਿਆਨ ਸੀ, ਇਹ ਕਵਿਤਾ ਥੋੜੀ ਸੀ, ਇਹ ਤੇ ਰੱਬੀ ਗਿਆਨ ਸੀ। ਉਹ ਪੋਥੀਆਂ ਨਾਲ ਰੱਖ ਕੇ ਲੈਣੇ ਨੂੰ ਮੱਥਾ ਟੇਕ ਕੇ ਆਖਿਆ, ਇਹ ਰੱਬੀ ਖਜ਼ਾਨਾ ਲੈਣਿਆ, ਇਸ ਨੂੰ ਸਾਂਭ ਕੇ ਰੱਖਣਾ ਹੈ। ਤੇ ਦੂਸਰਾ ਆਖਿਆ ਮੱਗ ਲੈਣਾ ਜੀ। ਗੁਰੂ ਅੰਗਦ ਸਾਹਿਬ ਆਖਣ ਲੱਗੇ ਮਹਾਰਾਜ ਕੋਈ ਰਬਾਬੀ ਦੇ ਦਿਓ। ਪੋਥੀਆਂ ਤਾਂ ਹੈ, ਹੁਣ ਪੋਥੀਆਂ ਨੂੰ ਪੜ੍ਹਨ ਵਾਲਾ ਵੀ ਤਾਂ ਕੋਈ ਚਾਹੀਦਾ ਹੈ। ਜਿੱਦਾਂ ਅਸੀਂ ਉੱਥੇ ਗਏ ਹਾਂ ਜਗਨਨਾਥਪੁਰੀ, ਮਾਫ ਕਰਨਾ, ਉੱਥੇ ਦਵਾਰਕਾ ਨਗਰੀ, ਸ਼੍ਰੀ ਕ੍ਰਿਸ਼ਨ ਦੇ ਮੰਦਰ ਗੁਜਰਾਤ ਦੇ ਵਿੱਚ, ਉਹਨਾਂ ਨੇ ਵੇਦਾਂ ਨੂੰ ਆਪਣੇ ਸੀਸਿਆਂ 'ਚ ਮੜ ਕੇ ਰੱਖਿਆ। ਨਹੀਂ, ਵੇਦ ਪੜ੍ਹਨ ਵਾਸਤੇ ਹੁੰਦੇ ਨੇ। ਵੇਦ ਜਿਹੜੇ ਗ੍ਰੰਥ ਹੁੰਦੇ ਨੇ, ਇਹਨਾਂ ਸੀਸਿਆਂ 'ਚ ਮੜਨ ਵਾਸਤੇ ਨਹੀਂ, ਮਹਾਂਪੁਰਖ ਸਾਨੂੰ ਦਿੰਦੇ, ਪੜ੍ਹਨ ਵਾਸਤੇ ਦਿੰਦੇ ਨੇ। ਆਖਿਆ ਕਿ ਰਬਾਬੀ ਵੀ ਦੇ ਦਿਓ। ਕਹਿਣ ਲੱਗੇ ਰਬਾਬੀ ਭੇਜ ਦਾਂਗੇ, ਸਾਡੇ ਕੋਲ ਮਰਦਾਨਾ ਹੁੰਦਾ ਸੀ, ਉਹ ਸਾਡਾ ਸਾਥੀ ਸਾਹ ਛੱਡ ਗਿਆ, ਭੇਜ ਦਿਆਂਗੇ। ਲੈਣਿਆ ਕੋਈ ਹੋਰ ਕੁਛ। ਕਹਿਣ ਲੱਗੇ ਫਿਰ ਆ ਜਿਹੜਾ ਤੁਸੀਂ ਕਮਰ ਕੱਸਾ ਬੱਧਾ ਹੋਇਆ ਲੱਕ ਦੇ ਨਾਲ, ਇਹ ਵੀ ਮੈਨੂੰ ਦੇ ਦਿਓ, ਤਾਂ ਕਿ ਢਿੱਲਾ ਨਾ ਮੈਂ ਪੈ ਜਾਵਾਂ। ਇਹ ਫਿਰ ਕੀਮਤੀ ਚੀਜ਼ਾਂ ਲੈ ਕੇ ਲੰਮੀ ਕਹਾਣੀ ਹੈ। ਲੈਣਾ ਤੁਰ ਪੈਂਦਾ ਕਰਤਾਰਪੁਰ ਸਾਹਿਬ ਤੋਂ। ਉਹਨਾਂ ਦੇ ਕੋਲ ਪੋਥੀਆਂ ਨੇ, ਉਹਨਾਂ ਦੇ ਕੋਲ ਉਹ ਕਮਰ ਕੱਸਾ ਹੈ, ਤੇ ਤੁਰੇ ਜਾਂਦੇ ਨੇ ਕਰਤਾਰਪੁਰ ਸਾਹਿਬ ਤੋਂ, ਖਡੂਰ ਸਾਹਿਬ ਨੂੰ ਤੁਰ ਪਏ ਨੇ। ਤੇ ਇਹ ਵੀ ਜ਼ਿਕਰ ਕੀਤਾ ਬਾਣੀ 'ਚ ਕਿ ਫੇਰ ਵਸਾਇਆ, ਫੇਰ ਆਣ ਸਤਿਗੁਰ ਖਡੂਰ, ਜਪ ਤਪ ਸੰਜਮ ਨਾਲ ਤੁਧ। ਕੱਲੀਆਂ ਪੋਥੀ ਨਹੀਂ ਸੀ, ਕੱਲਾ ਕਮਰ ਕੱਸਾ ਨਹੀਂ ਸੀ, ਜਪ ਸੀ, ਤਪ ਸੀ, ਸੰਜਮ ਸੀ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਦੁਨੀਆ ਹੰਕਾਰ ਦੇ ਵਿੱਚ ਚਕਨਾਚੂਰ ਹੋਈ ਫਿਰਦੀ ਹੈ। ਮੈਂ ਉਦੋਂ ਐਤਵਾਰ ਵੀ ਕਿਹਾ ਸੀ, ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਰੱਖ ਗਰੀਬੀ ਵੇਸ। ਤੇਰੇ ਸਰੀਰ ਦਾ ਲਿਬਾਸ ਜਿਹੜਾ ਉਹ ਅਮੀਰੀ ਵਾਲਾ ਨਹੀਂ, ਗਰੀਬੀ ਵਾਲਾ ਹੋਣਾ ਚਾਹੀਦਾ, ਤਾਂ ਕਿ ਤੈਨੂੰ ਹੰਕਾਰ ਨਾ ਆ ਜਾਵੇ ਕਿਸੇ ਆਪਣੀ ਅਮੀਰੀ ਦਾ। ਬੰਦਾ ਵੱਡੀ ਕਾਰ ਖਰੀਦ ਕੇ ਹੰਕਾਰ ਕਰਦਾ ਹੈ, ਵੱਡੀ ਕੋਠੀ ਪਾ ਕੇ ਬੰਦਾ ਹੰਕਾਰ ਕਰਦਾ ਹੈ, ਵਧੀਆ ਕੱਪੜੇ ਪਾ ਕੇ ਬੰਦਾ ਹੰਕਾਰ ਕਰਦਾ ਹੈ। ਹੰਕਾਰ ਦੀਆਂ ਚੀਜ਼ਾਂ ਨੇ ਸਾਰੀਆਂ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਰੱਖ ਗਰੀਬੀ ਵੇਸ। ਨਾਮ ਸੰਤੋਖ ਨਾ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹ ਫਿਰ ਲੈਣਾ ਹੁਣ ਇੱਥੇ ਖਡੂਰ ਸਾਹਿਬ ਆ ਜਾਂਦੇ ਨੇ। ਤੇ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰਾ। ਲੱਭ ਵਨਾਹੇ ਮਾਨਸਾ ਜੋ ਪਾਣੀ ਬੂਰਾ। ਐ ਗੁਰੂ ਅੰਗਦ ਸੱਚੇ ਪਾਤਸ਼ਾਹ, ਲੋਭ ਨੇ ਸਾਰੀ ਦੁਨੀਆ ਖਰਾਬ ਕੀਤੀ, ਤੁਹਾਡੇ ਲਾਗੇ ਲੋਭ ਆਇਆ ਹੀ ਨਹੀਂ। ਤੁਹਾਡੇ ਛੋਟੇ ਛੋਟੇ ਬੱਚੇ ਸਨ, 4 ਬੱਚੇ ਸਨ ਗੁਰੂ ਅੰਗਦ ਸਾਹਿਬ ਦੇ। ਜਿੱਦਣ ਗੁਰੂ ਅੰਗਦ ਸਾਹਿਬ ਕਰਤਾਰਪੁਰ ਜਾ ਕੇ ਬਹਿ ਗਏ, 4 ਬੱਚੇ ਸਨ, 2 ਸਾਲ ਦਾ, ਕੋਈ 4 ਸਾਲ ਦਾ, ਕੋਈ 6 ਸਾਲ ਦਾ, ਕੋਈ 8 ਸਾਲ ਦਾ। ਕੋਈ ਲੋਭ ਨਹੀਂ ਆਇਆ ਕਿ ਬੱਚਿਆਂ ਦੀ ਰੋਟੀ ਪਾਣੀ ਦਾ ਪ੍ਰਬੰਧ ਵੀ ਕਰਨਾ ਹੈ, ਲੋਭ ਹੀ ਨਹੀਂ ਆਇਆ। ਲੱਭ ਵਣਾਹੇ ਮਾਨਸਾ ਜੋ ਪਾਣੀ ਬੂਰ, ਪਰ ਵਰਿਆ ਦਰਗੇ ਗੁਰੂ ਕੀ ਕੁਦਰਤੀ ਨੂਰ।
ਉਹ ਨੂਰ ਜਿਹੜਾ ਗੁਰੂ ਨਾਨਕ ਸਾਹਿਬ ਦੇ ਕੋਲ ਸੀ, ਉਹ ਲਹਿਣੇ ਉੱਤੇ ਵਰਾਤਾ ਉਹਨਾਂ ਨੇ, ਦੇਤਾ ਸਾਰਾ ਹੀ ਨੂਰ ਦੇਤਾ, ਆਪਣੀ ਕਾਇਆ ਵੀ ਦੇਤੀ, ਕਾਇਆ ਪਲਟ ਸਰੂਪ ਬਣਾਇਆ। ਵਰਿਆ ਦਰਗੇ ਗੁਰੂ ਕੀ ਕੁਦਰਤੀ ਨੂਰ। ਉਹ ਜਿਹੜਾ ਅਸੀਂ ਪੜ੍ਹਦੇ ਆ ਨਾ ਇੱਕ ਸ਼ਬਦ ਕਿ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ, ਇਹ ਗੁਰੂ ਅੰਗਦ ਸਾਹਿਬ ਦੇ ਦਰਸ਼ਨਾਂ ਦੀ ਵਡਿਆਈ ਹੈ ਕਿ ਗੁਰੂ ਅੰਗਦ ਸੱਚੇ ਪਾਤਸ਼ਾਹ ਜਿਹੜਾ ਵੀ ਤੇਰਾ ਕੋਈ ਆਣ ਕੇ ਦਰਸ਼ਨ ਕਰ ਲੈਂਦਾ ਸੀ, ਉਹਦੇ ਜਨਮਾਂ ਜਨਮਾਤਰਾਂ ਦੀ ਮੈਲ ਹੀ ਕੱਟੀ ਜਾਂਦੀ ਸੀ, ਤੇਰੇ ਚਿਹਰੇ ਦਾ ਨੂਰ ਇਸ ਤਰ੍ਹਾਂ ਦਾ ਸੀ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਉਹ ਜਿਹੜਾ ਇੱਕ ਹੋਰ ਪੜ੍ਹਦੇ ਸੀ, ਸੋ ਕਉ ਟਲ ਗੁਰ ਸੇਵੀਏ ਐਨ ਸੁਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਇਹ ਗੁਰੂ ਅੰਗਦ ਸਾਹਿਬ ਦੀ ਵਡਿਆਈ ਚ ਨੇ ਬਾਣੀ। ਖੈਰ ਇਹ ਫਿਰ ਖਡੂਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਨੇ ਤੇ ਜਿਤ ਸੁਹੱਥ ਨ ਲੱਭਈ ਤੂੰ ਉਹ ਠਰੂਰ, ਨੌ ਨਿਦ ਨਾਮ ਨਿਦਾਨ ਹੈ ਤੁਧ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੇ। ਉੱਥੇ ਵਿਰੋਧੀ ਬੈਠੇ ਸਨ, ਜੇ ਕਰਤਾਰਪੁਰ ਤੋਂ ਬਚ ਕੇ ਆਏ ਵੀ ਇੱਥੇ ਲੋਕੀ ਵਿਰੋਧਤਾ ਕਰਨਗੇ, ਈਰਖਾ ਕਰਨਗੇ, ਕਰਤਾਰਪੁਰ ਛੱਡ ਦਿੱਤਾ ਤੇ ਖਡੂਰ ਸਾਹਿਬ ਕਿਹੜੇ ਵਿਰੋਧੀ ਨਹੀਂ ਸੀ ਬੈਠੇ, ਉੱਥੇ ਵੀ ਉਹ ਕੰਨ ਪਾਟਾ ਜੋਗੀ ਰਹਿੰਦਾ ਸੀ, ਉਹਨਾਂ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਨਿੰਦਾ ਤੇਰੀ ਜੋ ਕਰੇ ਸੋ ਵੰਝੇ ਚੂਰ। ਜਿਹੜਾ ਰੱਬ ਦਾ ਹੋ ਗਿਆ, ਜਿਹੜਾ ਰੱਬ ਨੂੰ ਸਮਰਪਿਤ ਹੋ ਗਿਆ, ਦੁਨੀਆ ਜੋ ਮਰਜ਼ੀ ਪਏ ਕਰੇ, ਉਹਦਾ ਕੱਖ ਨਹੀਂ ਵਿਗਾੜ ਸਕਦੀ। ਵਿੱਚ ਵਾਲ ਨਾ ਵਿੰਗਾ ਹੋਇਆ, ਵਿੱਚ ਕਰਤਾ ਪੁਰਖ ਖਲੋਆ, ਕੁਛ ਨਹੀਂ ਹੋਣਾ। ਜਿਹੜਾ ਰੱਬ ਨਾਲ ਜੁੜ ਗਿਆ, ਕਬੀਰ ਜੁੜ ਗਿਆ ਸੀ, ਸਿਕੰਦਰ ਕੀ ਕਰ ਸਕਿਆ ਉਸਦਾ? ਪ੍ਰਹਲਾਦ ਦਾ ਕੀ ਵਿਗਾੜ ਸਕਿਆ ਐਡਾ ਵੱਡਾ ਹਰਨਾਕਸ਼ ਰਾਜਾ? ਕੁਛ ਨਹੀਂ ਹੁੰਦਾ। ਜਾਮ ਗੁਰੂ ਏ ਵੱਲ ਲੱਖ ਬਾहें ਕਿਆ ਕੀਜੇ, ਕੁਛ ਨਹੀਂ ਹੁੰਦਾ। ਲੱਖਾਂ ਬਾਹਾਂ ਵੀ ਕੁਛ ਨਹੀਂ ਕਰਨਗੀਆਂ ਜੇ ਗੁਰੂ ਦੀ ਇੱਕ ਬਾਂਹ ਵੀ ਸਾਡੇ ਵੱਲ ਹੋ ਗਈ ਤਾਂ। ਜੇ ਗੁਰੂ ਦਾ ਹੱਥ ਇਸ ਤਰ੍ਹਾਂ ਹੋ ਗਿਆ, ਲੱਖਾਂ ਬਾਹਾਂ ਵੀ ਕੁਛ ਨਹੀਂ ਕਰਨਗੀ। ਤੇ ਨੇੜੇ ਦਿਸੇ ਮਾਤ ਲੋਕ ਤੁਧ ਸੁਝੇ ਦੂਰ, ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਨੇੜੇ ਦਿਸੇ ਮਾਤ ਲੋਕ, ਤੁਸੀਂ ਟੱਬਰ ਵਿੱਚ ਆ ਗਏ, ਤੁਸੀਂ ਪਰਿਵਾਰ ਵਿੱਚ ਆ ਗਏ, ਤੁਹਾਡੀ ਇਸਤਰੀ ਆ, ਧਰਮ ਪਤਨੀ ਮਾਤਾ ਖੀਵੀ ਜੀ ਆ, ਕੋਈ ਮੋਹ ਨਹੀਂ ਹੈ। ਨੇੜੇ ਦਿਸੇ ਮਾਤ ਲੋਕ, ਬੱਚੇ ਤੁਹਾਡੇ ਲਾਗੇ ਰਹਿੰਦੇ ਸਨ, ਇਸਤਰੀ ਤੁਹਾਡੇ ਲਾਗੇ ਰਹਿੰਦੀ ਸੀ, ਪਰ ਤੁਝ ਸੁਝੇ ਦੂਰ, ਤੁਸੀਂ ਇਸ ਮੋਹ ਤੋਂ ਬਹੁਤ ਦੂਰ ਚਲ ਗਏ, ਇਸ ਪਰਿਵਾਰ ਤੋਂ ਬਹੁਤ ਦੂਰ ਚਲ ਗਏ। ਬਾਬਲ ਦਿੱਤੜੀ ਦੂਰ। ਗੁਰੂ ਜਿਹੜਾ ਨਾ ਬਾਬਲ ਹੈ, ਸਾਡੀ ਸੁਰਤ ਜਿਹੜੀ ਆ, ਜਿਹੜੀ ਸਾਡੀ ਜਿੰਦ ਹੈ, ਵਹੁਟੀ ਹੈ, ਤੇ ਗੁਰੂ ਕੀ ਕਰਦਾ, ਇਹਨੂੰ ਬੜੀ ਦੂਰ ਵਿਆਹ ਦਿੰਦਾ ਹੈ, ਤੇ ਜਿੱਥੇ ਮੁੜ ਕੇ ਪੇਕੇ ਨਾ ਮਿਲ ਨਾ ਸਕੇ ਆਪਣੀ। ਗੁਰੂ ਨਾਨਕ ਸਾਹਿਬ ਨੇ ਕਿਹਾ ਸੂਹੀ ਮੱਲਾ ਪਹਿਲਾ, ਬਾਬਲ ਦਿੱਤੜੀ ਦੂਰ ਨਾ ਕਰ ਆਵੇ ਪਹੀਏ ਬਲਰਾਮ ਜੀਓ। ਗੁਰੂ ਸੁਰਤ ਨੂੰ ਏਡੀ ਉੱਚੀ ਚੁੱਕ ਕੇ ਲੈ ਜਾਂਦਾ, ਏਡੀ ਦੂਰ ਲੈ ਜਾਂਦਾ ਹੈ। ਇਹ ਸੰਸਾਰ ਪੇਖਾ ਕਰਵਾ, ਇਹਦਾ ਮੁੜ ਕੇ ਮੋਹ ਆਉਂਦਾ ਹੀ ਨਹੀਂ, ਇਸ ਘਰ ਵਿੱਚ ਮੁੜ ਕੇ ਸੁਰਤ ਆਉਂਦੀ ਹੀ ਨਹੀਂ। ਅਬ ਮੈਂ ਖੂਬ ਵਤਨ ਗਏ ਪਾਈ ਹੂੰ ਖੈਰ ਸਦਾ ਮੇਰੇ ਭਾਈ। ਰੱਬ ਖੈਰ ਕਰੇ। ਇਹ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੋ ਕੌਤਕ ਰਚਿਆ, ਕਿਸ ਤਰ੍ਹਾਂ ਉਹਨਾਂ ਨੇ ਕੌਤਕ ਰਚ ਕੇ ਲਹਿਣੇ ਨੂੰ ਆਪਣੇ ਥਾਂ ਤੇ ਥਾਪ ਕੇ ਤੇ ਸਤਿਗੁਰੂ ਨਾਨਕ ਰੂਪ ਵਟਾਇਆ। ਇਸ ਫਾਨੀ ਸੰਸਾਰ ਤੋਂ ਕੱਲ 1 ਅਕਤੂਬਰ ਨੂੰ ਗੁਰੂ ਨਾਨਕ ਸਾਹਿਬ 1539 ਨੂੰ ਇਸ ਧਰਤੀ ਤੋਂ ਅਲੋਪ ਹੋ ਗਏ। ਮੈਂ ਕੱਲ ਵੀ ਉੱਥੇ ਬੈਠਾ ਸੀ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਕਈ ਇਹ ਵੀ ਭੁਲੇਖਾ ਪਾਉਂਦੇ ਨੇ ਕਿ ਦੇਹ ਨਹੀਂ ਮਿਲੀ, ਨਹੀਂ, ਉਹਨਾਂ ਦੀ ਸੰਸਕਾਰ ਵਾਲੀ ਜਗ੍ਹਾ ਹੈਗੀ ਆ ਅਜਿੱਤੇ ਰੰਧਾਵੇ ਦਾ ਖੂਹ, ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਦੇਹ ਦਾ, ਉੱਥੇ ਅੰਗੀਠਾ ਬਣਿਆ ਹੋਇਆ ਹੈ, ਉਹਦਾ ਨਾਂ ਰੱਖਿਆ ਗਿਆ ਦੋਹਰਾ ਬਾਬਾ ਨਾਨਕ। ਦੋਹਰਾ ਕਹਿੰਦੇ ਨੇ ਜਿੱਥੇ ਕਿਸੇ ਦੀ ਪੂਜਾ ਕੀਤੀ ਜਾਵੇ, ਦੋਹਰਾ ਮਸੀਤ ਸੋਈ। ਜਿਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਦਾ ਸੰਸਕਾਰ ਕੀਤਾ ਗਿਆ ਉਸ ਦਾ ਨਾਂ ਰੱਖਿਆ ਗਿਆ ਦੋਹਰਾ ਬਾਬਾ ਨਾਨਕ। ਦੋਹਰਾ ਪੂਜਾ ਕਰਨ ਵਾਲੀ ਜਗ੍ਹਾ, ਉਹ ਦੋਹਰੇ ਦਾ ਨਾਂ ਬਦਲ ਕੇ ਰੱਖਿਆ ਗਿਆ ਹੁਣ ਡੇਰਾ ਬਾਬਾ ਨਾਨਕ। ਉਹ ਖੂਹ ਹੈਗਾ, ਉਹ ਜਗ੍ਹਾ ਹੈਗੀ, ਉਹ ਥੜਾ ਹੈਗਾ ਜਿੱਥੇ ਗੁਰੂ ਨਾਨਕ ਸਾਹਿਬ ਦਾ ਸੰਸਕਾਰ ਕੀਤਾ ਗਿਆ। ਕੱਲ ਮੈਂ ਉਸ ਥੜੇ ਦੇ ਲਾਗੇ ਹੀ ਬੈਠਾ ਸੀ ਜਦੋਂ ਕੱਲ ਪ੍ਰੋਗਰਾਮ ਚੱਲਣ ਦਿਆ ਸੀ, ਤੇ ਬੜਾ ਮਨ ਵਿੱਚ ਹੋਰ ਤਰ੍ਹਾਂ ਹੋ ਰਿਹਾ ਸੀ ਵੀ ਉਹ ਕੈਸਾ ਸਮਾਂ ਹੋਊਗਾ ਜਦੋਂ ਇਸ ਜਗ੍ਹਾ ਤੇ ਗੁਰੂ ਨਾਨਕ ਦੀ ਦੇਹ ਨੂੰ ਚਿਖਾ ਉੱਤੇ ਰੱਖਿਆ ਗਿਆ ਹੋਊਗਾ। ਬਾਬਾ ਬੁੱਢਾ ਜੀ ਵਰਗੇ ਜਿਹੜੇ ਉਹਨਾਂ ਤੋਂ ਬਿਨਾਂ ਇੱਕ ਛਿਨ ਵੀ ਨਹੀਂ ਜੀਂਦੇ ਸਨ, ਉਹ ਵੀ ਉਸ ਦੇਹੀ ਨੂੰ ਅੱਜ ਦੇਖ ਰਹੇ ਨੇ, ਤੇ ਸਾਹ ਸਾਰਿਆਂ ਦੇ ਰੁਕੇ ਹੋਏ ਨੇ, ਸਾਹ ਨਹੀਂ ਕਿਸੇ ਨੂੰ ਆ ਰਿਹਾ। ਉਹ ਕਾਇਆ ਇਸ ਧਰਤੀ ਤੋਂ ਅਲੋਪ ਹੋਣ ਲੱਗੀ ਜਿਸ ਕਾਇਆ ਨੇ ਲੱਖਾਂ ਪਾਪੀਆਂ ਦਾ ਉਧਾਰ ਕਰ ਦਿੱਤਾ। ਪਰ ਗੁਰੂ ਨਾਨਕ ਸਾਹਿਬ ਨੇ ਆਖਿਆ ਨਹੀਂ,
मैं अपने थां ते एक काया थाप के चलिया है, मैं अपने थां ते एक राजा थाप के चलिया है। तुसीं घाबरो ना, बाबा मड़ी ना गोर, बाबा अंगद के हिए में, और निस दिन सतसंगत वासा मैं करूं। जिथे लहना बैठा है समझ लो मैं ही बैठा हाँ, जिथे संगत बैठ के शब्द नूं जप रही है समझ लेना मैं उस संगत विच बैठा होया। उस काया वो शरीर इस धरती तो अलोप हो गया। तो जदों बाबा बुढ़ा जी लागे खलोते होणगे, जदों उस चिखा ते रखिया होगा, कैसा समा बज्झा होएगा, कोई साह नहीं लै रहा होगा। पर जिस प्यारे सुनेहो तिस आगे मर चलिए, त्रिग जीवन संसार ताके पाशे जीवन। धन गुरु नानक सच्चे पातशाह रहमत करन पाई। असीं भी उन्हां दे हो के जीए। बड़ा पखंडवाद, बड़े धड़ेबंदियां, बड़े जथेबंदियां बन रहीਆਂ ने, ਬਣੀਆਂ ਹੋਈਆਂ ने। नहीं नहीं, असीं हम हर स्यों धड़ा किया। असीं गुरु ते गुरु पंथ दे हो के जीवीए, अपना लोक ते परलोक सेला करिए। ये धड़ेबंदियां दे आगू ਜਿਹੜੇ ਨੇ ਉਹ ਸਰਕਾਰਾਂ ਨੂੰ ਮਿਲੇ ਹੁੰਦੇ ਨੇ, ਥੱਲੇ ਲੋਕਾਂ ਨੂੰ ਪਤਾ ਨਹੀਂ ਲੱਗਦਾ। ਥੱਲੇ ਅਸੀਂ ਬੁੱਧੂ ਬਣ ਕੇ ਇਹਨਾਂ ਦੇ ਮਗਰ ਲੱਗ ਜਾਂਦੇ ਆ। ਇਹਨਾਂ ਦੀਆਂ ਪਹੁੰਚਾਂ ਬੜੀਆਂ ਬੜੀਆਂ ਸਰਕਾਰਾਂ ਤੱਕ ਹੁੰਦੀਆਂ ਨੇ। ਸਰਕਾਰਾਂ ਨੇ ਇਹਨਾਂ ਨੂੰ ਲੀਡਰਾਂ ਨੂੰ ਖਰੀਦਿਆ ਹੁੰਦਾ ਹੈ ਤੇ ਥੱਲੇ ਥੱਲੇ ਮੇਰੇ ਤੇਰੇ ਵਰਗੇ ਐਵੇਂ ਮਰ ਜਾਂਦੇ ਨੇ ਸੜਕਾਂ ਤੇ, ਹੁੰਦਾ ਕੱਖ ਵੀ ਨਹੀਂ। ਹੋਇਆ ਕਿਉਂ ਨਹੀਂ ਕੱਖ? ਇਹ ਵਿਖੇ ਹੋਏ ਲੋਕ ਨੇ, ਵਿਖਿਆ ਹੋਇਆਂ ਦੇ ਮਗਰ ਨਹੀਂ ਲੱਗਣਾ। ਅਸੀਂ ਆਪਣੇ ਗੁਰੂ ਗ੍ਰੰਥ ਤੇ ਪੰਥ ਦੇ ਮਗਰ ਲੱਗਣਾ ਹੈ। ਗੁਰੂ ਕਿਰਪਾ ਕਰਨ ਭਾਈ। ਸਰੀਰਾਂ ਦੇ ਮੇਲ ਸਦੀਵੀ ਨਹੀਂ ਹੈ। ਸਰੀਰ ਗੁਰੂ ਨਹੀਂ ਹੁੰਦਾ, ਸ਼ਬਦ ਗੁਰੂ ਹੁੰਦਾ ਹੈ। ਸਰੀਰ ਇਸ਼ਾਰਾ ਕਰਕੇ ਤੁਰ ਜਾਂਦਾ ਹੈ। ਸਿਆਣੇ ਸਮਝ ਜਾਂਦੇ ਨੇ, ਮੂਰਖ ਲੋਕ ਸਰੀਰਾਂ ਪਿੱਛੇ ਲੱਗ ਕੇ ਰੁਲ ਜਾਂਦੇ ਨੇ। ਨਹੀਂ ਨਹੀਂ, ਇਹ ਸਰੀਰ ਨਹੀਂ ਹੈ ਸਾਡਾ ਕੁਛ ਵੀ, ਸਾਡਾ ਗੁਰੂ ਸ਼ਬਦ ਹੈ। ਰਹਿਮਤ ਕਰਨ ਸੱਚੇ ਪਾਤਸ਼ਾਹ। ਇਹਨਾਂ ਕਹਿੰਦਾ ਦਾਸ ਖਿਮਦਾ ਜਾ ਚੁੱਕਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।